सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच मन चाउ भया प्रभ आगम सुनिया हर मंगल गाओ सखी गृह मंदिर बनिया हर गाओ मंगल नित सखिए सोग दुख ना व्यापे गुर चरण लागे दिन सुभागे अपना फिर जापे अनहत बाणी गुर शब्द जानी हर नाम हर रस भोगो कह नानक प्रभ आप मिलिया करण कारण जोगो धन धन हमारे भाग घर आया फिर मेरा सोहे बंक द्वार सगला बनहरा कबीर ऐसी होए परी मन को भावत कीन मरने ते क्या डरपना जब हाथ सिधावरा लीन सूरा सो पहचानिया जो लरा दीन के हेत पुरजा पुरजा कट मर कबहू ना छाड़ खेत सज्जन सच्चा पातशाह सिर साहां साहो जिस पास बैठिया सोही है सबना दा विसाहो। सतनाम श्री वाहिगुरु साहिब जी। तनासरी महला पंजवा। जा कहो हर रंग लागो इस जुग मह सो कहियत है सूरा। आत्म जिण सगल वस ताकै जाका सतगुर पूरा। जाको हर रंग लागो इस जुग मह सो कहियत है सूरा। परम सन्मान जोग गुरु रूप गुरु खालसा साध संगत जी वाहिगुरु जी का खालसा वाहिगुरु जी की फतेह। आप सरबत संगतां बहुत बहुत वड्डियां भागां वाले हो जिन्हां नूं दसां पातशाहियां दे पावन प्रतक्ष सरूप तख्त चबर छत्र दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी दी पावन परम पवित्र हजूरी विखे जुड़ करके दमदमी टकसाल दे हैडकुआटर मुख केंद्रीय स्थान गुरुद्वारा गुरदर्शन प्रकाश मेहता विखे 1 जून तो लैके शहीदी घल्लूघारे दे शहीदी समागम जो प्रारंभ होए हुए हैं। अज 6 जून के दिहाड़े ते इन्हां शहीदी समागमां दे विच और मुख शहीदी समागमां दे विच आप संगतां हाजरियां भर रहे हो। 1 मई तो सतगुरां दी अकाली पावन तुरकी गुरबाणी दे श्री अखंड पाठां दा प्रवाह
ਦਮਦਮੀ ਟਕਸਾਲ ਦੇ 14ਵੇਂ ਮੁਖੀ, ਕਥਨੀ ਕਰਨੀ ਦੇ ਪੂਰੇ ਸੂਰੇ, ਸੂਰਬੀਰ ਮਹਾਬਲੀ ਯੋਧੇ, ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਉਸ ਧਰਮ ਦੇ ਯੁੱਧ ਦੇ ਵਿੱਚ ਮਹਾਨ ਸ਼ਹੀਦੀਆਂ ਦਿੱਤੀਆਂ, ਜਿਸ ਵਿੱਚ ਅਣਗਿਣਤ ਸਿੰਘਾਂ ਦੀ ਸ਼ਹੀਦੀ ਹੋਈ। ਔਰ ਸਾਧ ਸੰਗਤ ਜੀ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠਾਂ ਦੇ ਚੱਲ ਰਹੇ ਪ੍ਰਵਾਹ ਸੰਪੂਰਨ ਹੋਏ ਹਨ। ਅੱਜ ਮੁੱਖ ਰੂਪ ਵਿੱਚ ਮੀਰੀ ਪੀਰੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਅਵਤਾਰ ਗੁਰਪੁਰਬ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਹਉ ਕੁਰਬਾਨੀ ਤਿਨਾ ਗੁਰਸਿੱਖਾਂ, ਭਾਈ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜੇ ਮੇਰੇ ਸਤਿਗੁਰੂ ਦੇ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆ, ਸਮਾਗਮ ਕਰਦੇ ਆ। ਜਿਨ੍ਹਾਂ ਸਤਿਗੁਰਾਂ ਨੇ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ, ਜਿਨ੍ਹਾਂ ਨੇ ਮੀਰੀ ਪੀਰੀ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਰਚਿਆ, ਜਿਨ੍ਹਾਂ ਸਤਿਗੁਰਾਂ ਨੇ ਜਬਰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਗੁਰਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਔਰ ਜਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਇਹ ਮਹਾਨ ਪਿਰਤਾਂ ਪਾਈਆਂ, ਮਹਾਨ ਪ੍ਰੇਰਨਾ ਦਿੱਤੀ, ਮਹਾਨ ਪੂਰਨੇ ਪਾਏ, ਉਹਨਾਂ ਸਤਿਗੁਰਾਂ ਦਾ ਹੀ ਅੱਜ ਪਾਵਨ ਪਵਿੱਤਰ ਅਵਤਾਰ ਧਾਰਨ ਦਾ ਗੁਰਪੁਰਬ ਹੈ। ਸਾਧ ਸੰਗਤ ਜੀ, ਸੰਖੇਪ ਵਿੱਚ ਸਤਿਗੁਰਾਂ ਦੇ ਅਵਤਾਰ ਪੁਰਬ ਉੱਤੇ ਵੀ ਤੇ ਸ਼ਹੀਦਾਂ ਦੇ ਸੰਬੰਧ ਵਿੱਚ ਵੀ ਵਿਚਾਰ ਕਰਨੀ ਹੈ। ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ, ਇਹ ਇੱਕ ਦਿਨ ਦੀ ਘਟਨਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਭਾਈ ਪ੍ਰਿਥੀ ਚੰਦ ਦੇ ਘਰਵਾਲੀ ਦਾ ਨਾਮ ਸੀ ਕਰਮੋ। ਸੌਣ ਭਾਦਰੋਂ ਦੇ ਮਹੀਨੇ ਦੇ ਦਿਨ ਲੰਘੇ ਐ। ਮਾਤਾ ਗੰਗਾ ਜੀ ਨੇ ਦਾਸੀਆਂ ਨੂੰ ਹੁਕਮ ਕੀਤਾ ਕਿ ਜਿੰਨਾ ਵੀ ਤੋਸ਼ੇ ਖਾਨੇ ਦੇ ਵਿੱਚ ਰੇਸ਼ਮ ਦੇ ਵਸਤਰ ਗੁਰੂ ਘਰ ਦੇ ਪਏ ਐ, ਕੀਮਤੀ ਸਾਜੋ ਸਮਾਨ ਪਿਆ ਹੈ, ਬਰਸਾਤ ਔਰ ਹੁਮਸ ਦੀ ਰੁੱਤ ਲੰਘ ਕੇ ਗਈ ਹੈ, ਇਹਨਾਂ ਸਾਰਿਆਂ ਵਸਤਰਾਂ ਨੂੰ ਹਵਾ ਲਵਾ ਕੇ ਧੁੱਪ ਲਵਾ ਕਰਕੇ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਜਾਏ। ਗੁਰੂ ਘਰ ਦੀਆਂ ਵਸਤੂਆਂ ਦਾ ਧਿਆਨ ਰੱਖਣਾ, ਸੰਭਾਲਣਾ, ਖਰਾਬ ਨਾ ਹੋ ਜਾਣ, ਇਹ ਮਾਤਾ ਜੀ ਦਾ ਬਹੁਤ ਹੀ ਭਾਵਨਾ ਔਰ ਸ਼ਰਧਾ ਅਤੇ ਪ੍ਰੇਮ ਸੀ ਕਿ ਗੁਰੂ ਘਰ ਦੀ ਹਰ ਵਸਤੂ ਨੂੰ ਬੜੇ ਧਿਆਨ ਨਾਲ ਸੰਭਾਲ ਕੇ ਰੱਖਣਾ। ਜਦੋਂ ਉਹ ਵਸਤਰ ਹਵਾ ਲਾਉਣ ਵਾਸਤੇ ਧੁੱਪੇ ਪਾਏ ਗਏ, ਸਾਰਾ ਖਜ਼ਾਨਾ ਧੁੱਪੇ ਹਵਾ ਲਾਉਣ ਵਾਸਤੇ ਰੱਖਿਆ ਗਿਆ। ਉੱਤੇ ਗੁਰੂ ਕੇ ਮਹਿਲਾਂ ਉੱਤੇ, ਉਤਲੀਆਂ ਛੱਤਾਂ ਉੱਤੇ ਇਹ ਸਾਰਾ ਸਾਜੋ ਸਮਾਨ ਰੱਖਿਆ ਗਿਆ। ਤਾਂ ਭਾਈ ਪ੍ਰਿਥੀ ਚੰਦ ਦੇ ਘਰ ਵਾਲੀ ਬੀਬੀ ਕਰਮੋ ਆਪਣੀ ਦਾਸੀ ਨੂੰ ਇੱਕ ਗੱਲ ਕਹਿੰਦੀ ਹੈ ਔਰ ਗੁਰੂ ਕੀਆਂ ਦਾਸੀਆਂ ਨੂੰ ਇਹ ਗੱਲ ਸੁਣਾਉਣ ਵਾਸਤੇ ਈਰਖਾ ਵਿੱਚ ਆ ਕੇ ਇੱਕ ਤਾਨਾ ਮਾਰਦੀ ਹੈ ਕਿ ਇਹ ਜਿਹੜਾ ਜਿੰਨਾ ਵੀ ਖਜ਼ਾਨਾ ਪਿਆ ਤੁਸੀਂ ਦੇਖ ਰਹੇ ਹੋ ਨਾ, ਇਹ ਆਪਣੇ ਘਰ ਵਿੱਚ ਹੀ ਆਉਣਾ, ਉਦਾਸ ਤੇ ਦਲਗੀਰ ਨਾ ਹੋ, ਇਹਨਾਂ ਔਂਤਰਿਆਂ ਦੇ ਪਾਸ ਕੁਝ ਵੀ ਨਹੀਂ ਰਹਿਣਾ। ਮੈਂ ਸੌਖੇ ਸ਼ਬਦਾਂ ਵਿੱਚ ਜੋ ਉਹਨੇ ਸ਼ਬਦ ਮਾੜੇ ਵਰਤੇ ਉਸੇ ਰੂਪ ਵਿੱਚ ਦੱਸ ਰਿਹਾ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਅੱਗੇ ਕੋਈ ਸੰਤਾਨ ਨਹੀਂ ਪੈਦਾ ਹੋਈ। ਪ੍ਰਿਥੀ ਚੰਦ ਦਾ ਜਿਹੜਾ ਸਾਡਾ ਪੁੱਤਰ ਮਿਹਰਬਾਨ ਹੈ, ਉਸੇ ਨੇ ਗੁਰਤਾ ਗੱਦੀ ਦਾ ਮਾਲਕ ਬਣਨਾ। ਇਸ ਕਰਕੇ ਗੁਰਤਾ ਗੱਦੀ ਦਾ ਜਿਹੜਾ ਮਾਲਕ ਬਣੇਗਾ, ਉਸੇ ਕੋਲੇ ਗੁਰੂ ਦਾ ਖਜ਼ਾਨਾ ਆਏਗਾ।
ये बड़ा दुखदायक, सीने विच दुखदायक तीर लगन वर्गा साध संगत जी ताना मारिया गया। गुरु की दासियां ने माता जी नूं जाके सारी गल दसी, तां उसे वक्त माता जी ने सारा वार्तालाप सुन के बड़े ठरमे नाल, धीरज दे नाल, हौसले नाल, आप जी अजर जरन दे मालिक सन, सुन के शांत हो गए, घबराए नहीं, डोले नहीं, मन विच कोई क्रोध जां रोस नहीं आया। शाम नूं धन गुरु अर्जन देव साहब जी गुरु के महलां दे विच आए तां सतगुरु श्री गुरु अर्जन देव सच्चे पातशाह महाराज जी नूं चरण धो के बड़ी शरधा सत्कार नाल प्रसादा छकाया, हथ पवित्र कराए। माता जी सेवा कर रहे सन, मात गंगा जी और धन गुरु अर्जन देव जी जिहड़े हर एक दे हिरदे दी जानन वाले है। माता जी दे चेहरे दी दलगीरी नूं वेख के कहण लगे, गुरु के महलो तुहाडा अज चेहरा उदास है, की कारण है? अंतरजामी सतगुरु जी माता गंगा जी ने बेनती की, सच्चे पातशाह उदासी इक्को गल दी है, शरीक बड़े ताने मेहने मारते है कि इन्हां दे घर विच पुत्र नहीं पैदा होया, गुरु की अगे पीढ़ी नहीं चली, संतान नहीं पैदा हुई। सच्चे पातशाह जिथे दुनिया नूं तुसी पुत्र बख्शदे हो, दुनिया नूं दुध दी दात बख्शदे हो, दुनिया नूं पदार्थ ते सुख बख्शदे हो, कि एक पुत्र तुसी अपने घर विच गुरु घर लई नहीं बख्शिश कर सकदे? बड़े वैराग विच माता जी ने आके बेनती की। सिख दा सन्मान रखण वास्ते, सिख दी वडियाई नूं संसार विच उच्ची करन वास्ते धन गुरु अर्जन देव जी ने वचन कीता, गंगा जी जे गुरु घर विच साहिबजादे दी दात प्राप्त करनी है तां महापुरुख ब्रह्म ज्ञानी गुरसिख धन बाबा बुढ़ा जी दे पास गुरु की बीड़ साहिब, जो अजकल गुरुद्वारा बीड़ बाबा बुढ़ा साहिब करके झबाल दे नेड़े प्रसिद्ध है, मशहूर इतिहासक स्थान है। इस इलाके नूं सारी नूं गुरु की बीड़, गुरु की रौड़ कहा जांदा सी, जिथे धन बाबा बुढ़ा साहिब जी गावां मੱਝਾਂ रखते सन, गुरु घर की खेती करवाउंदे सन, जिन्ना दुध सारा पशुआं दा चोया जांदा, गावां मੱਝਾਂ दा, ਉਹ सारा डोहणियां भर भर के सेवादारां दे सिरां ते चुका के श्री ਅੰਮ੍ਰਿਤਸਰ साहब रोजाना लंगर विच भेजिया करदे सन। दही भेजिया करदे, लस्सी भेजिया करदे, मक्खण भेजिया करदे, घ्यो तैयार करके भेजिया करदे, तां कि संगतां सारा दिन आउंदियां, लंगर दे विच किसी गल दी कोई कमी घाट ना आए। एडी वड्डी महान सेवा ब्रह्म ज्ञानी महापुरुख धन बाबा बुढ़ा साहिब जी अपने हथी करया करदे सन। सतगुरु महाराज जी कहण लगे, उन्हां महापुरखां दे पास जाओ, उन्हां नूं बेनती करो। माता जी जदों जाण वास्ते तैयार होए, सुभावक ही सेवकां ने तैयारी ऐसी कर दी। ये माता जी ने नहीं कहा कि साडा ठाठ बाट तैयार करो, सेवकां ने अपने आप ही तैयारी कर दी कि गुरु के महल जाने हैं, इस करके रथ तैयार करो, सेवादार नाल तैयार करो, दासियां तैयार करो। यूं बड़ी सज धज दे नाल माता जी नूं रथ विच बिठा के जदों लैके गए, कच्चे राह सन। माता जी जदों नेड़े गए, वो रथां दे नाल मिट्टी कट्टा उड्डिया, खड़ाक होया, तो बाबा जी घाह खोत रहे सन, जिहड़ा गुरु के माल नूं घाह पाउणा सी। प्राचीन समयां विच पशुआं नूं, गावां नूं माल कहा जांदा सी। माल धन दा इक्को ही स्रोत सन। ये जीव खास करके मुख रूप दे विच लोकां नूं जिहड़ा धन दा वसीला सी, ज़्यादा पशुआं दे दुध द्वारा, घ्यो द्वारा ही माया धन घर विच आया करदी सी। इस करके माल शब्द वरतिया जांदा सी। बाबा जी घाह खोत रहे सन, कहण लगे बई बड़ा खड़का हो रहा, घोड़े हिणकदे है,
ਧੂੜ ਉੱਡ ਰਹੀ ਹੈ, ਕੀ ਗੱਲ ਹੈ ਪਤਾ ਕਰੋ। ਸੇਵਾਦਾਰ ਨੇ ਕਿਹਾ ਮਹਾਰਾਜ ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਹੈ। ਕਹਿੰਦੇ ਗੁਰੂ ਕੇ ਮਹਿਲਾਂ ਨੂੰ ਕੀ ਭਾਜੜਾਂ ਪੈ ਗਈਆਂ ਸਾਡੇ ਪਾਸੇ ਆਉਣ, ਸਾਡੇ ਪਾਸ ਆਉਣ ਲਈ? ਸਾਨੂੰ ਹੁਕਮ ਕਰਦੇ, ਅਸੀਂ ਉੱਥੇ ਹੀ ਆਪ ਜਾ ਕੇ ਦਰਸ਼ਨ ਕਰਦੇ। ਕੋਈ ਹੁਕਮ ਸੀ ਤਾਂ ਸਾਨੂੰ ਦੱਸ ਦੇ। ਇਹ ਬਚਨ ਕਰਨ ਦੀ ਦੇਰ ਸੀ, ਅਜੇ ਬਚਨ ਕਰ ਰਹੇ ਸਨ, ਮਾਤਾ ਜੀ ਪਾਸ ਆਏ। ਉਹ ਸ਼ਬਦ ਮਾਤਾ ਜੀ ਦੇ ਕੰਨਾਂ ਵਿੱਚ ਵੀ ਪੈ ਗਏ। ਮਾਤਾ ਜੀ ਨੇ ਬੇਨਤੀ ਤਾਂ ਕੀ ਕਰਨੀ ਸੀ, ਮਨ ਉੱਤੇ ਹੋਰ ਦਲਗੀਰੀ ਆ ਗਈ ਕਿ ਮਹਾਂਪੁਰਖ ਦਾ ਬਚਨ ਅਰਦਾਸ ਕਰਾਉਣ ਆਏ ਸੀ, ਵਰਦਾਨ ਲੈਣ ਆਏ ਸੀ, ਪਰ ਅੱਗੋਂ ਬਚਨ ਹੀ ਕੁਝ ਐਸੇ ਹੋ ਗਏ। ਮਾਤਾ ਜੀ ਕੁਝ ਕਹਿ ਨਾ ਸਕੇ, ਵਾਪਸ ਆ ਗਏ। ਸ਼ਾਮ ਨੂੰ ਸਤਿਗੁਰੂ ਜੀ ਪੁੱਛਦੇ ਆ ਕਿਵੇਂ ਹੋਇਆ, ਕੀ ਵਾਰਤਾਲਾਪ, ਕੀ ਵਾਪਰਿਆ? ਜਾਣੀ ਜਾਣ ਹੈ ਪਰ ਅਣਜਾਣ ਬਣ ਕੇ ਪੁੱਛ ਰਹੇ ਹੈ। ਸਰਬ ਕਲਾ ਸਮਰੱਥ ਮਾਤਾ ਜੀ ਨੇ ਸਾਰਾ ਵਾਰਤਾਲਾਪ ਦੱਸਿਆ ਤਾਂ ਮਹਾਰਾਜ ਕਹਿਣ ਲੱਗੇ, ਮਹਾਂਪੁਰਖ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਤੁਸੀਂ ਤਰੀਕਾ ਅਪਣਾਇਆ ਨਾ, ਇਹ ਤਰੀਕਾ ਯੋਗ ਨਹੀਂ ਹੈ। ਮਹਾਂਪੁਰਖ ਦੇ ਦਰਸ਼ਨ ਕਰਨ ਨੂੰ ਵੱਡੇ ਬਣ ਕੇ ਨਹੀਂ ਜਾਈਦਾ। ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਏ। ਇਸ ਕਰਕੇ ਤੁਹਾਨੂੰ ਬੜੀ ਨਿਮਰਤਾ ਨਾਲ, ਬੜੀ ਸਾਦਗੀ ਨਾਲ ਤੇ ਸੇਵਾ ਭਾਵ ਨਾਲ ਜਾਣਾ ਚਾਹੀਦਾ ਸੀ। ਕੋਈ ਵੀ ਦਾਤ ਸੇਵਾ ਤੇ ਨਿਮਰਤਾ ਤੋਂ ਬਿਨਾਂ ਨਹੀਂ ਕਦੇ ਪ੍ਰਾਪਤ ਹੁੰਦੀ। ਮਹਾਰਾਜ ਕਹਿਣ ਲੱਗੇ, ਦੋ ਗੁਣ ਜੀਵਨ ਵਿੱਚ ਕੋਈ ਦਾਤ ਪ੍ਰਾਪਤ ਕਰਨ ਵਾਸਤੇ ਲੈਣੇ ਪੈਂਦੇ। ਆਪਣੇ ਜੀਵਨ ਵਿੱਚ ਦੋ ਗੁਣ ਲੈਣੇ ਪੈਂਦੇ ਆ, ਧਾਰਨ ਕਰਨੇ ਪੈਂਦੇ ਆ। ਇੱਕ ਨਿਮਰਤਾ, ਦੂਜੀ ਸੇਵਾ। ਨਿਮਰਤਾ ਔਰ ਸੇਵਾ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਕੱਲ ਨੂੰ ਅੰਮ੍ਰਿਤ ਵੇਲੇ ਉੱਠੋ, ਕਣਕ ਔਰ ਛੋਲੇ ਵਿੱਚ ਥੋੜੇ ਜੌਂ ਰਲਾ ਕੇ ਆਪਣੇ ਹੱਥੀ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ਬਣਾਓ। ਦੁੱਧ ਰਿੜਕ ਕੇ ਉਹਦਾ ਮੱਖਣ ਆਪਣੇ ਹੱਥੀ ਕੱਢੋ ਤੇ ਲੱਸੀ ਤਿਆਰ ਕਰੋ, ਨਾਲ ਗੰਢਾ ਤੇ ਅਚਾਰ। ਇਹ ਸਾਰੀਆਂ ਵਸਤੂਆਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸਾਰਾ ਲੰਗਰ ਤੁਸੀਂ ਆਪ ਤਿਆਰ ਕਰਨਾ। ਸੇਵਕਣਾ ਜਾਂ ਸੇਵਕਾਂ ਤੋਂ ਲੰਗਰ ਤਿਆਰ ਨਹੀਂ ਕਰਾਉਣਾ। ਔਰ ਨੰਗੇ ਪੈਰੀ ਜਾਣਾ, ਤੁਰ ਕੇ ਪੈਦਲ ਜਾਣਾ। ਕੋਈ ਸਵਾਰੀ ਨਹੀਂ ਨਾਲ ਲੈ ਕੇ ਜਾਣੀ, ਕੋਈ ਸੇਵਾਦਾਰ ਨਹੀਂ। ਇੱਕ ਕੇਵਲ ਬੀਬੀ ਦਾਸੀ ਸੇਵਾ ਕਰਨ ਵਾਲੀ ਇੱਕ ਦਾਸੀ ਨਾਲ ਬੀਬੀ ਨੂੰ ਲੈ ਕੇ ਜਾਣਾ। ਮਾਤਾ ਜੀ ਨੇ ਸਤ ਬਚਨ ਕਿਹਾ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਆਪਣੇ ਹੱਥੀ ਚੱਕੀ ਦੇ ਵਿੱਚ ਮਿੱਸਾ ਆਟਾ ਪੀਸਿਆ। ਬਾਣੀ ਪੜ੍ਹਦੇ ਆ, ਜਪਜੀ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਆਟਾ ਗੁੰਨ ਕੇ ਚੁੱਲ੍ਹੇ ਦੇ ਉੱਤੇ ਮਿੱਠੀ ਮਿੱਠੀ ਅੱਗ ਨਾਲ ਬੜੇ ਸੁੰਦਰ ਮਿੱਸੇ ਪ੍ਰਸ਼ਾਦੇ ਬਣਾਏ। ਪ੍ਰਸ਼ਾਦੇ ਤਿਆਰ ਕਰਕੇ, ਲੱਸੀ ਤਿਆਰ ਕਰਕੇ, ਮੱਖਣ, ਗੰਢਾ, ਅਚਾਰ ਇਤਾਦਿਕ ਸਾਰੀਆਂ ਵਸਤੂਆਂ ਤਿਆਰ ਕੀਤੀਆਂ ਔਰ ਬਸਤਰ ਵਿੱਚ ਢੱਕ ਕੇ ਚੰਗੀ ਤਰ੍ਹਾਂ ਲਪੇਟ ਕੇ ਸਿਰ ਉੱਤੇ ਸਾਰਾ ਪ੍ਰਸ਼ਾਦਾ ਆਪ ਚੁੱਕਿਆ। ਨੰਗੇ ਚਰਨੀ ਦੇਖੋ ਸਾਧ ਸੰਗਤ ਜੀ, ਕਿੰਨੀ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੀ ਬੀੜ ਸਾਹਿਬ ਅਸਥਾਨ ਹੈ। ਨੰਗੇ ਚਰਨੀ ਮਾਤਾ ਜੀ ਗਏ ਔਰ ਜਦੋਂ ਮਾਤਾ ਜੀ ਬਾਬਾ ਜੀ ਦੇ ਨੇੜੇ ਪਹੁੰਚੇ, ਉਦੋਂ ਵੀ ਬਾਬਾ ਜੀ ਘਾਹ ਖੋਤ ਰਹੇ ਸਨ। ਬਾਬਾ ਜੀ ਮਾਤਾ ਜੀ ਨੂੰ ਵੇਖ ਕੇ ਇੱਕਦਮ ਕਾਹਲੀ ਨਾਲ ਉੱਠੇ। ਕਹਿਣ ਲੱਗੇ ਹੱਸ ਕੇ, ਮੁਸਕਰਾ ਕੇ, ਕੀ ਬਚਨ ਕਹੇ ਬਾਬਾ ਜੀ ਨੇ? ਕਹਿਣ ਲੱਗੇ, ਮਾਮਾ ਨੂੰ ਪਤਾ ਹੁੰਦਾ ਕਿ ਮੇਰੇ ਪੁੱਤ ਨੂੰ ਬਹੁਤ ਡਾਢੀ ਭੁੱਖ ਲੱਗੀ ਹੋਈ ਹੈ। ਮਾਂ ਨੂੰ ਧੂ ਪੈਂਦੀ ਹੈ, ਖਿੱਚ ਪੈਂਦੀ ਹੈ ਅੰਦਰੋਂ ਕਿ ਮੇਰਾ ਬੱਚਾ ਭੁੱਖਾ, ਮੈਂ ਉਹਨੂੰ ਕੁਝ ਖਾਣ ਨੂੰ ਦਿਆਂ। ਮਾਤਾ ਜੀ ਸਾਨੂੰ ਅੱਜ ਬੜੀ ਭਾਰੀ ਭੁੱਖ ਲੱਗੀ ਹੋਈ ਸੀ ਔਰ ਅੰਦਰੋਂ ਫੁਰਨਾ ਉੱਠ ਰਿਹਾ ਸੀ ਬਾਰ-ਬਾਰ ਕਿ ਅੱਜ ਮਿੱਸੇ ਪ੍ਰਸ਼ਾਦੇ ਮਿਲ ਜਾਣ ਲੱਸੀ ਦੇ ਨਾਲ ਤਾਂ ਅੱਜ ਜਿਹੜੇ ਪ੍ਰਾਣ ਹੈ ਉਹ ਤ੍ਰਿਪਤ ਹੋ ਜਾਣਗੇ। ਇਹ ਵੀ ਬਚਨ ਬਾਬਾ ਜੀ ਨੇ ਕਹੇ। ਇਹ ਬਚਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਕਥਾ ਕਰਿਆ ਕਰਦੇ ਸਨ,
ਇਹ ਬਚਨ ਨਾਲ ਅਨੁਭਵੀ ਬਚਨ ਸੁਣਾਇਆ ਕਰਦੇ ਸਨ। ਇਤਿਹਾਸ ਵਿੱਚ ਇੰਨਾ ਵਿਸਥਾਰ ਵਿੱਚ ਜ਼ਿਕਰ ਨਹੀਂ ਆਇਆ। ਬਾਬਾ ਜੀ ਨੇ ਕਿਹਾ ਕਿ ਸਾਡੇ ਹਿਰਦੇ ਵਿੱਚ ਇਹ ਫੁਰਨਾ ਉੱਠ ਰਿਹਾ ਸੀ ਕਿ ਜੇ ਅੱਜ ਮਿੱਸੇ ਪ੍ਰਸ਼ਾਦੇ ਤੇ ਲੱਸੀ ਨਾਲ ਮਿਲੇ ਤਾਂ ਬਹੁਤਾ ਹੀ ਆਨੰਦ ਆਏਗਾ। ਮਾਤਾ ਜੀ ਤੁਸੀਂ ਅੰਤਰਜਾਮੀ ਹੋ, ਆਪਣੇ ਪੁੱਤਰ ਦੀ ਇੱਛਾ ਵੀ ਪੂਰੀ ਕੀਤੀ, ਆਪਣੇ ਪੁੱਤਰ ਦੀ ਭੁੱਖ ਮੇਟਣ ਵਾਸਤੇ ਪ੍ਰਸ਼ਾਦਾ ਲੈ ਕੇ ਆਏ। ਸੀਸ ਤੋਂ ਆਪ ਪ੍ਰਸ਼ਾਦਾ ਥੱਲੇ ਰੱਖਿਆ। ਧੰਨ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੇ ਹੱਥ ਪਵਿੱਤਰ ਆਪਣੇ ਹੱਥਾਂ ਦੇ ਨਾਲ ਜਲ ਪਾ ਕੇ ਹੱਥ ਪਵਿੱਤਰ ਕਰਾਏ। ਬਾਬਾ ਜੀ ਨੇ ਉਹ ਪ੍ਰਸ਼ਾਦਾ ਅੱਗੇ ਰੱਖਿਆ, ਨੇਤਰ ਬੰਦ ਹੋ ਗਏ, ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰ ਦਾ ਕੂਕਰ ਹਾਂ। ਤੁਸੀਂ ਮੈਨੂੰ ਆਪਣੇ ਪੰਜਵੇਂ ਸਰੂਪ ਤੱਕ ਆਪਣੇ ਚਰਨਾਂ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਸੇਵਕ ਜਾਣ ਕੇ ਮੈਂ ਅਰਦਾਸ ਕਰਦਾ, ਦਾਸ ਬਣ ਕੇ ਅਰਦਾਸ ਕਰਦਾ ਕਿ ਮਹਾਰਾਜ ਤੁਸੀਂ ਆਪ ਹੀ ਸਭ ਕੁਝ ਕਰਨ ਕਾਰਨ ਕਰਨ ਵਾਲੇ ਹੋ, ਸਾਰੇ ਕੌਤਕ ਆਪ ਹੀ ਰਚਣ ਵਾਲੇ ਹੋ, ਸਾਰੀਆਂ ਦਾਤਾਂ ਤੁਸੀਂ ਆਪ ਦੇਣ ਵਾਲੇ ਹੋ। ਮੇਰੀ ਅਰਦਾਸ ਹੈ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਆਪਣਾ 6ਵਾਂ ਸਰੂਪ ਭੇਜਣਾ ਕਰੋ। ਇਹ ਅਰਦਾਸ ਕਰਕੇ ਨਮਸਕਾਰ ਕੀਤੀ। ਬਾਬਾ ਜੀ ਨੇ ਹੱਥ ਉੱਤੇ 2 ਪ੍ਰਸ਼ਾਦੇ ਲਏ। ਜਦੋਂ ਸਾਧ ਸੰਗਤ ਜੀ ਗੰਢਾ ਭੰਨਿਆ, ਅਚਾਨਕ ਕੀ ਹੋਇਆ, ਅਸਮਾਨ ਦੇ ਵਿੱਚ ਕਾਲੀਆਂ ਘਟਾਂ ਚੜ੍ਹ ਕੇ ਆਈਆਂ ਤੇ ਅਸਮਾਨੀ ਬਿਜਲੀ ਲਿਸ਼ਕੀ ਤੇ ਬਾਬਾ ਜੀ ਨੇ ਵਰਦਾਨ ਦਿੱਤੇ। ਮਾਤਾ ਜੀ ਕਰਤੇ ਦੀ ਕੁਦਰਤ ਦੇ ਵਿੱਚੋਂ ਸੰਕੇਤ ਮਿਲ ਰਹੇ ਹੈ, ਇਸ਼ਾਰੇ ਮਿਲ ਰਹੇ ਹੈ। ਗੁਰੂ ਨਾਨਕ ਸਾਹਿਬ ਪ੍ਰਸੰਨ ਹੋ ਗਏ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਅਪਾਰ ਖੁਸ਼ੀਆਂ ਆ ਗਈਆਂ, ਬ੍ਰਹਿਮੰਡ ਦੇ ਵਿੱਚ ਆਪ ਚੱਲ ਕੇ ਆਈਆਂ। ਸਤਿਗੁਰੂਆਂ ਨੇ ਇਹ ਵਰਦਾਨ ਆਪਣੀ ਦਰਗਾਹ ਤੋਂ ਭੇਜ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਤੇ ਆਪ ਜੀ ਦੇ ਘਰ ਵਿੱਚ ਐਸਾ ਮਹਾਬਲੀ ਸੂਰਬੀਰ ਯੋਧਾ ਗੁਰੂ ਨਾਨਕ ਸਾਹਿਬ ਦਾ 6ਵਾਂ ਅਵਤਾਰ ਆਏਗਾ, ਜੋ ਜਰਵਾਣਿਆਂ ਦੇ ਸਿਰ, ਜਿਵੇਂ ਮੈਂ ਗੰਢਾ ਭੰਨਿਆ, ਉਹ ਜੰਗਾਂ ਯੁੱਧਾਂ ਦੇ ਵਿੱਚ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਔਰ ਐਸਾ ਮਹਾਬਲੀ ਮਹਾਪੁਰਖ ਅਵਤਾਰ ਧੰਨ ਗੁਰੂ ਅਰਜਨ ਦੇਵ ਜੀ ਤੇ ਆਪ ਦੇ ਘਰ ਵਿੱਚ ਆਏਗਾ, ਜਿਵੇਂ ਅਸਮਾਨੀ ਬਿਜਲੀ ਲਿਸ਼ਕ ਰਹੀ ਹੈ, ਜ਼ਾਲਮਾਂ ਦੇ ਦਲਾਂ ਦੇ ਵਿੱਚ ਉਹਦੀ ਸ੍ਰੀ ਸਾਹਿਬ ਇਸ ਤਰ੍ਹਾਂ ਲਿਸ਼ਕਾਰੇ ਮਾਰਿਆ ਕਰੇਗੀ ਤੇ ਵੱਡੇ ਵੱਡੇ ਜ਼ਾਲਮ ਦਿੱਲੀ ਦਾ ਤਖਤ ਉਹਦੀ ਤਲਵਾਰ ਦੀ ਲਿਸ਼ਕੋਰ ਤੋਂ ਥਰ ਥਰ ਕੰਬਿਆ ਕਰੇਗਾ। ਜਿਵੇਂ ਬੱਦਲਾਂ ਨੇ ਛਾਂ ਕਰ ਦਿੱਤੀ ਹੈ ਨਾ, ਗਰਮੀ ਹੁਮਸ ਦੂਰ ਕਰ ਦਿੱਤਾ, ਇਸ ਧਰਤੀ ਤੋਂ ਜ਼ੁਲਮ ਦੀ ਗਰਮੀ ਨੂੰ ਦੂਰ ਕਰਕੇ ਠੰਡ ਵਰਤਾ ਦੇਣਗੇ। ਇਸ ਧਰਤੀ ਦੇ ਉੱਤੇ ਠੰਡੀ ਛਾਂ ਪੈਦਾ ਕਰ ਦੇਣਗੇ। ਐਸੇ 6ਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਤੇ ਆਪ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨਗੇ। ਸਾਧ ਸੰਗਤ ਜੀ, ਐਸੀ ਅਰਦਾਸ, ਐਸੇ ਪ੍ਰਸੰਨਤਾ ਭਰੇ ਗੁਰਬਚਨ ਆਪਣੇ ਮੁਖ ਤੋਂ ਉਹ ਪਵਿੱਤਰ ਵਾਕ ਬਚਨ ਕਰਕੇ ਬਾਬਾ ਜੀ ਨੇ ਫੇਰ ਪ੍ਰਸ਼ਾਦਾ ਛਕਿਆ ਔਰ ਮਾਤਾ ਜੀ ਨੂੰ ਵੀ ਛਕਾਇਆ, ਸੇਵਾਦਾਰਾਂ ਨੂੰ ਵੀ ਛਕਾਇਆ। ਔਰ ਫਿਰ ਮਾਤਾ ਜੀ ਨੇ ਹੱਥ ਪਵਿੱਤਰ ਕਰਾਏ, ਅਰਦਾਸ ਹੋਈ, ਚੋਲਾ ਪੜਿਆ। ਬਾਬਾ ਜੀ ਨੇ ਪ੍ਰਸੰਨਤਾ ਪੂਰਵਕ ਮਾਤਾ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਭੇਜਿਆ। ਮਾਤਾ ਜੀ ਨੇ ਸਾਰੀ ਵਾਰਤਾਲਾਪ ਦੱਸੀ ਕਿ ਅੱਜ ਖੁਸ਼ੀਆਂ ਨਾਲ ਤੁਹਾਡੇ ਸੇਵਕ ਨੇ, ਮਾਤਾ ਜੀ, ਹੇ ਗੁਰੂ ਅਰਜਨ ਦੇਵ ਜੀ, ਤੁਹਾਡੇ ਸੇਵਕ ਨੇ ਅੱਜ ਖੁਸ਼ੀਆਂ ਦੇ ਨਾਲ ਅਰਦਾਸ ਕਰਕੇ ਮੇਰੀਆਂ ਝੋਲੀਆਂ ਭਰ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਉਹ ਪੂਰਨ ਬ੍ਰਹਮ ਗਿਆਨੀ ਗੁਰ ਸਿਖਾਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਉਹਨਾਂ ਦੀ ਅਰਦਾਸ ਨਿਸਫਲ ਨਹੀਂ ਜਾਏਗੀ। ਉਸ ਦਿਨ ਤੋਂ 10ਵੇਂ ਮਹੀਨੇ 10 ਮਹੀਨਿਆਂ ਦੇ ਵਿੱਚ ਉਸ ਦਿਨ ਤੋਂ ਜਿਸ ਦਿਨ ਅਰਦਾਸ ਹੋਈ, ਉਸ ਦਿਨ ਤੋਂ 10ਵੇਂ ਮਹੀਨੇ ਤੱਕ ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਗਰੀਬ ਨਵਾਜ ਸੱਚੇ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਵਡ ਜੋਧਾ ਬਹੁ ਪਰਉਪਕਾਰੀ, ਐਸੇ ਸਤਿਗੁਰੂ ਦੀਨ ਦਿਆਲ ਸਤਿਗੁਰੂ ਭਗਤ ਵਛਲ ਸਤਿਗੁਰੂ ਜਬਰ ਜ਼ੁਲਮ ਦੇ ਨਾਸ਼ਕ ਸਤਿਗੁਰੂ
ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰਜਣ ਵਾਲੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ 6 ਮੀਲ ਦੂਰ ਗੁਰੂ ਕੀ ਵਡਾਲੀ ਸਾਹਿਬ ਦੇ ਵਿੱਚ ਭਾਈ ਭਾਗਮਲ ਦੀ ਹਵੇਲੀ ਦੇ ਅੰਦਰ ਅੱਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹੀ ਸੰਮਤ 127 1553 ਬਿਕਰਮੀ ਸੰਮਤ ਹਾੜ ਵਦੀ ਏਕਮ ਹਾੜ ਦੀ ਪੁੰਨਿਆ ਔਰ ਵਦੀ ਏਕਮ ਦਾ ਦਿਨ ਐਤਵਾਰ 1695 ਬਿਕਰਮੀ ਸੰਮਤ 1653 ਬਿਕਰਮੀ ਸੰਮਤ 1695 ਈਸਵੀ ਸਨ ਔਰ 6 ਜੂਨ ਅੱਜ ਦਾ ਹੀ ਦਿਹਾੜਾ 6 ਜੂਨ ਨੂੰ ਦਿਨ ਐਤਵਾਰ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੀ ਵਡਾਲੀ ਸਾਹਿਬ ਅਵਤਾਰ ਹੋਇਆ। ਅਵਤਾਰ ਧਾਰਨ ਕੀਤਾ ਸਤਿਗੁਰਾਂ ਨੇ। ਐਸੇ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ ਦਾਤ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਹੋਵੇ। ਲੱਖ ਲੱਖ ਵਧਾਈ, ਲੱਖ ਲੱਖ ਵਧਾਈ। ਸੋ ਸਾਧ ਸੰਗਤ ਜੀ ਅੱਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਵੀ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਕੈਸੇ ਮਹਾਬਲੀ ਸਤਿਗੁਰੂ ਹੋਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ। ਅੰਮ੍ਰਿਤਸਰ ਸਾਹਿਬ ਦਾ ਜਦੋਂ ਪਹਿਲਾ ਯੁੱਧ ਹੋਇਆ ਖਾਲਸਾ ਕਾਲਜ ਦੇ ਕੋਲੇ ਲੋਹਗੜ੍ਹ ਸਥਾਨ ਤੇ ਜ਼ਾਲਮਾਂ ਨੇ 7000 ਫੌਜ ਚੜਾ ਕੇ ਸਤਿਗੁਰੂ ਤੇ ਹਮਲਾ ਕੀਤਾ। 2 ਪਹਿਰਾਂ ਦੇ ਵਿੱਚ ਸਾਰੀ ਫੌਜ ਨੂੰ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਜੀ ਨੇ ਰਣ ਜਿੱਤਿਆ ਔਰ ਜ਼ਾਲਮ ਮੌਤ ਦੇ ਮੂੰਹ ਵਿੱਚ ਪੈਂਦੇ ਹੋਏ ਜੰਗ ਦੇ ਵਿੱਚੋਂ ਬੁਜ਼ਦਿਲਾਂ ਦੀ ਤਰ੍ਹਾਂ ਭੱਜਦੇ ਔਰ ਨੱਠਦੇ ਲਾਹੌਰ ਨੂੰ ਵਾਪਸ ਚਲੇ ਗਏ। ਪਿੱਛੇ ਮੁੜ ਕੇ ਨਹੀਂ ਭੌਂ ਕੇ ਵੇਖਿਆ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦਾ ਜੰਗ ਘੇਰੜ ਦੇ ਕਹਿਣ ਤੋਂ 15000 ਜ਼ਾਲਮਾਂ ਨੂੰ ਸਵੇਰ ਤੋਂ ਜੰਗ ਸ਼ੁਰੂ ਹੋਇਆ, ਸ਼ਾਮ ਤੱਕ ਜੰਗ ਜਿੱਤਿਆ, ਫਤਿਹ ਪ੍ਰਾਪਤ ਕੀਤੀ। 15000 ਵੈਰੀਆਂ ਨਾਲ ਯੁੱਧ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਰ ਮਹਾਰਾਜ ਦੇ ਵਿੱਚ 35000 ਦੀ ਫੌਜ ਨੂੰ ਸਤਿਗੁਰੂ ਜੀ ਨੇ 8 ਪਹਿਰਾਂ ਦੇ ਵਿੱਚ ਮੌਤ ਦੇ ਘਾਟ ਉਤਾਰਿਆ। 1,75,000 ਦੀ ਫੌਜ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਜਲੰਧਰ ਵਿਖੇ ਹਮਲਾ ਕਰਨ ਆਈ ਔਰ ਉਹਨਾਂ ਨੂੰ ਵੀ ਥੋੜੇ ਸਮੇਂ ਦੇ ਵਿੱਚ ਹੀ ਸਤਿਗੁਰੂ ਜੀ ਨੇ ਜੰਗ ਦੇ ਵਿੱਚ ਮਾਰ ਕੇ ਜਿੱਤ ਅਤੇ ਫਤਿਹ ਪ੍ਰਾਪਤ ਕੀਤੀ। ਐਸੇ ਮਹਾਬਲੀ ਸਤਿਗੁਰੂ ਜਿਨ੍ਹਾਂ ਨੇ 4 ਧਰਮ ਦੇ ਯੁੱਧ ਕੀਤੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਉਹਨਾਂ ਸਤਿਗੁਰਾਂ ਦਾ ਸੱਚੇ ਪਾਤਸ਼ਾਹ ਜੀ ਦਾ ਅੱਜ ਪਾਵਨ ਅਵਤਾਰ ਗੁਰਪੁਰਬ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਸਮੇਂ ਵੀ ਇੱਕ ਵਾਰੀ ਐਸਾ ਕੁਦਰਤੀ ਸੁਮੇਲ ਹੋਇਆ। ਸਲਾਲੇ ਨਗਰ ਦੇ ਵਿੱਚ ਜੱਥਾ ਗਿਆ ਹੋਇਆ ਸੀ। ਉੱਥੇ ਪੋਹ ਸੁਦੀ 7ਵੀਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਦਿਹਾੜਾ ਵੀ ਆ ਗਿਆ ਤੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ ਦਾ ਉਦਣ ਸ਼ਹੀਦੀ ਦਿਹਾੜਾ ਵੀ ਆ ਗਿਆ। ਤੇ ਮਹਾਂਪੁਰਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦੀ ਕਥਾ ਕਰਕੇ ਅਵਤਾਰ ਗੁਰਪੁਰਬ ਦੀ ਸਮੁੱਚੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਸਾਰੀਆਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੇ ਪਰਉਪਕਾਰਾਂ ਤੋਂ ਵੀ ਜਾਣੂ ਕਰਵਾਇਆ ਸੀ। ਅੱਜ ਵੀ ਕੁਦਰਤ ਦਾ ਸੁਮੇਲ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਨ ਪਿਆਰੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਡਲੇ ਸਿੱਖ, ਲਾਡਲੇ ਸੁਪੁੱਤਰ ਕਹਿ ਲੋ, ਦੁਲਾਰੇ ਸੁਪੁੱਤਰ ਕਹਿ ਲੋ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਖਾਤਰ ਆਪਣਾ ਆਪਾ ਨਿਸ਼ਾਵਰ ਕਰਨ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਅਮਰ ਸ਼ਹੀਦ ਜਰਨਲ ਸਰਦਾਰ ਸੁਬੇਗ ਸਿੰਘ ਜੀ, ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਸਿੰਘਣੀਆਂ ਭੁਜੰਗੀਆਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਆਪਾਂ ਮਨਾ ਰਹੇ ਹਾਂ।
बड़ी शरधा भावना नाल शहीदी दिहाड़ा मनाया जा रहा। 1 जून तो दमदमी टकसाल ਦੇ ਇਸ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਦੀ ਲੜੀ ਚੱਲ ਰਹੀ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਸੰਗਤਾਂ ਆ ਕੇ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬੜੇ ਪ੍ਰੇਮ ਅਤੇ ਉਤਸ਼ਾਹ ਦੇ ਨਾਲ ਹਾਜ਼ਰੀ ਭਰਦੀਆਂ ਰਹੀਆਂ। ਔਰ ਅੱਜ 6 ਜੂਨ ਦਾ ਉਹ ਸ਼ਹੀਦੀ ਦਿਹਾੜਾ ਵੀ ਆਪਾਂ ਸ਼ਰਧਾ ਨਾਲ ਮਨਾ ਰਹੇ ਹਾਂ। ਸਾਧ ਸੰਗਤ ਜੀ, ਸੰਖੇਪ ਵਿੱਚ ਅੱਜ ਫੇਰ ਦੁਬਾਰਾ ਮਹਾਂਪੁਰਖਾਂ ਦੇ ਜੀਵਨ ਉੱਤੇ, ਸ਼ਹੀਦਾਂ ਦੇ ਉੱਤੇ, ਉਹਨਾਂ ਦੇ ਕੌਤਕਾਂ ਕਾਰਨਾਮਿਆਂ ਉੱਤੇ ਵੀ ਵਿਚਾਰ ਕਰਕੇ ਫਿਰ ਸ਼ਬਦ ਦੀ ਕਥਾ ਕਰਕੇ ਸਮਾਪਤੀ ਕਰਨੀ ਹੈ। 2 ਜੂਨ 1947 ਨੂੰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਗਰ ਰੋਡੇ, ਉਦੋਂ ਜ਼ਿਲ੍ਹਾ ਫਰੀਦਕੋਟ ਸੀ, ਅੱਜ ਕੱਲ੍ਹ ਜ਼ਿਲ੍ਹਾ ਮੋਗਾ ਹੈ। ਇਸ ਨਗਰ ਦੇ ਵਿੱਚ ਸਨਮਾਨਯੋਗ ਬਾਬਾ ਜੋਗਿੰਦਰ ਸਿੰਘ ਜੀ, ਪੂਜਨੀਕ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਮਹਾਂਪੁਰਖਾਂ ਦਾ ਜਨਮ ਹੋਇਆ। 22 ਫਰਵਰੀ 1960 ਨੂੰ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਸਮੇਤ ਰੋਡੇ ਨਗਰ ਵਿੱਚ ਗਏ ਹੋਏ ਸਨ। ਸਮਾਪਤੀ ਦੇ ਸਮਾਗਮਾਂ ਤੇ ਅੰਮ੍ਰਿਤ ਸੰਚਾਰ ਤਿਆਰ ਹੋ ਰਿਹਾ ਸੀ ਤੇ ਮਹਾਂਪੁਰਖਾਂ ਨੇ ਉਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਔਰ ਉਸ ਤੋਂ ਬਾਅਦ 1964 ਵਿੱਚ ਜਥਾ ਹਰ ਸਾਲ ਹੀ ਰੋਡੇ ਨਗਰ ਜਾਇਆ ਕਰਦਾ ਸੀ। ਫੱਗਣ ਦੇ ਦਿਨਾਂ ਵਿੱਚ ਜਥਾ ਗਿਆ ਹੋਇਆ ਸੀ। ਮਹਾਂਪੁਰਖ ਕਥਾ ਕਰਕੇ ਗੁਰੂ ਘਰ ਚੋਂ ਬਾਹਰ ਆਏ ਔਰ ਉਸ ਵਕਤ ਬਾਬਾ ਜੋਗਿੰਦਰ ਸਿੰਘ ਜੀ ਹੱਥ ਜੋੜ ਕੇ ਬਾਹਰ ਖੜੇ ਸਨ ਫਤਿਹ ਬੁਲਾਉਣ ਵਾਸਤੇ। ਬਾਬਾ ਜੀ ਦੇ ਸਾਰੇ ਸੁਪੁੱਤਰ ਵੀ ਨਾਲ ਖਲੋਤੇ ਸਨ, ਪਰਿਵਾਰ ਵੀ ਖਲੋਤਾ ਸੀ। ਤਾਂ ਵੱਡੇ ਮਹਾਂਪੁਰਖਾਂ ਨੇ ਬਾਬਾ ਜੀ ਦੀ ਫਤਿਹ ਪ੍ਰਵਾਨ ਕਰਕੇ ਬਚਨ ਕਰਨ ਤੋਂ ਉਪਰੰਤ ਕਹਿਣ ਲੱਗੇ, ਜੋਗਿੰਦਰ ਸਿੰਘ ਤੇਰੇ ਕਿੰਨੇ ਭੁਜੰਗੀ ਹੈ? ਕਹਿਣ ਲੱਗੇ, ਜੀ ਆਪ ਜੀ ਦੀ ਕਿਰਪਾ ਹੈ, ਜਿੰਨੇ ਭੁਜੰਗੀ ਜੋ ਪਰਿਵਾਰ ਹੈ ਸਾਰਾ ਆਪ ਜੀ ਦਾ ਹੈ, ਸਾਰਾ ਪਰਿਵਾਰ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਫਿਰ ਇੱਕ ਭੁਜੰਗੀ ਜਥੇ ਦੀ ਸੇਵਾ ਵਾਸਤੇ ਦਿਓ। ਬਾਬਾ ਜੀ ਨੇ ਆਪਣੇ ਸਾਰੇ ਸੁਪੁੱਤਰ ਮਹਾਂਪੁਰਖਾਂ ਦੇ ਸਾਹਮਣੇ ਖੜੇ ਕਰ ਦਿੱਤੇ। ਤਾਂ ਵੱਡੇ ਮਹਾਂਪੁਰਖਾਂ ਦੀ ਦਿਵ ਦ੍ਰਿਸ਼ਟੀ, ਤ੍ਰਿਕਾਲਦਰਸ਼ੀ ਮਹਾਂਪੁਰਖ, ਇੰਨੀ ਕਰਨੀ ਕਮਾਈ ਦੇ ਮਾਲਕ ਕਹਿਣ ਲੱਗੇ, ਭਾਈ ਇਹ ਤੇਰਾ ਸਭ ਤੋਂ ਛੋਟਾ ਭੁਜੰਗੀ, ਇਹ ਦਮਦਮੀ ਟਕਸਾਲ ਦੀ ਕੌਮ ਦੀ ਸੇਵਾ ਕਰੇਗਾ, ਇਹ ਸਾਨੂੰ ਦੇ ਦੇ। ਆਪ ਮੰਗ ਕੇ ਮਹਾਂਪੁਰਖ ਸੰਤਾਂ ਨੂੰ ਜਥੇ ਵਿੱਚ ਲੈ ਕੇ ਆਏ। ਔਰ ਉਦੋਂ ਮਹਾਂਪੁਰਖਾਂ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਸੀ, ਕਿਉਂਕਿ ਅੰਮ੍ਰਿਤ ਛਕਣ ਵੇਲੇ ਮਹਾਂਪੁਰਖ 13 ਸਾਲ ਦੇ ਸਨ। ਔਰ ਜਦੋਂ ਜਥੇ ਵਿੱਚ ਉਦੋਂ 17-18 ਸਾਲ ਦੀ ਉਮਰ ਸੀ ਮਹਾਂਪੁਰਖਾਂ ਦੀ। ਤਾਂ ਸਾਧ ਸੰਗਤ ਜੀ, ਬਾਬਾ ਜੀ ਨੇ ਕਿਹਾ, ਮਹਾਂਪੁਰਖੋ ਮੈਂ ਥੋੜੇ ਕੁ ਦਿਨਾਂ ਤੱਕ ਤੁਹਾਨੂੰ ਜਥੇ ਦੇ ਵਿੱਚ ਭੁਜੰਗੀ ਨੂੰ ਛੱਡ ਦਿਆਂਗਾ, ਸ਼ਾਮਲ ਅੱਜ ਤੋਂ ਹੀ ਇਹਨੂੰ ਕਰ ਲਓ। ਤਾਂ ਸਾਧ ਸੰਗਤ ਜੀ, ਮਹਾਂਪੁਰਖ ਬਹੁਤ ਪ੍ਰਸੰਨ ਹੋਏ, ਬਾਬਾ ਜੀ ਨੂੰ ਵੀ ਬਹੁਤ ਖੁਸ਼ੀਆਂ ਦਿੱਤੀਆਂ ਔਰ ਸੰਤਾਂ ਦੇ ਉੱਤੇ ਵੀ ਵਿਸ਼ੇਸ਼ ਕਿਰਪਾ ਦੀ ਦ੍ਰਿਸ਼ਟੀ ਕੀਤੀ। ਔਰ 3 ਕੁ ਮਹੀਨਿਆਂ ਬਾਅਦ ਫਿਰ ਬਾਬਾ ਜੋਗਿੰਦਰ ਸਿੰਘ ਜੀ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਗੁਰਦੁਆਰਾ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲੇ ਹੈ, ਜਿੱਥੇ 9ਵੇਂ ਪਾਤਸ਼ਾਹ ਜੀ ਦਾ ਸੀਸ ਭਾਈ ਜੀਵਨ ਸਿੰਘ ਜੀ ਲੈ ਕੇ ਆਏ। ਇੱਕ ਰਾਤ ਉੱਥੇ ਰੁਕੇ ਸਨ, ਕੁਝ ਸਮਾਂ ਰਾਤ ਦਾ। ਔਰ ਦਸਮ ਪਿਤਾ ਜੀ ਨੇ ਵੀ ਉੱਥੇ ਚਰਨ ਪਾਏ ਹੈ। ਪੀਰ ਦਰਗਾਹੀ ਸ਼ਾਹ ਨੇ 9ਵੇਂ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਸਾਰੀ ਰਾਤ ਚੌਰ ਕਰਨ ਦੀ ਸੇਵਾ ਕੀਤੀ ਸੀ। ਵੱਡੇ ਮਹਾਂਪੁਰਖਾਂ ਦਾ ਉਸ ਸਥਾਨ ਨਾਲ ਬੜਾ ਸਨੇਹ ਸੀ। ਹਰ ਸਾਲ ਪੂਰਾ ਜੇਠ ਦਾ ਮਹੀਨਾ, 1 ਮਹੀਨਾ ਉੱਥੇ ਕਥਾ ਦਾ ਪ੍ਰਵਾਹ ਚਲਾਇਆ ਕਰਦੇ ਸਨ। ਜਥਾ ਉੱਥੇ ਗਿਆ ਤਾਂ ਬਾਬਾ ਜੀ ਸੰਤਾਂ ਨੂੰ ਫਿਰ ਨਾਭਾ ਸਾਹਿਬ ਛੱਡ ਕੇ ਆਏ। 27 ਮਈ ਨੂੰ ਸੰਤਾਂ ਦੇ ਮੁਖਾਰਬਿੰਦ ਦੇ ਬਚਨ ਹੈ ਕਿ ਸਭ ਤੋਂ ਪਹਿਲਾਂ ਜਥੇ ਵਿੱਚ ਮੇਰੀ ਜੋ ਕਥਾ ਗੁਰਬਾਣੀ ਦੀ ਸੰਥਿਆ ਪ੍ਰਾਰੰਭ ਹੋਈ, ਉਹ ਗੁਰਦੁਆਰਾ ਨਾਭਾ ਸਾਹਿਬ ਤੋਂ ਜਥੇ ਵਿੱਚ ਗੁਰਬਾਣੀ ਦੀ ਸੰਥਿਆ ਪ੍ਰਾਰੰਭ ਹੋਈ ਸੀ। ਆਪਣੇ ਮੁਖਾਰਬਿੰਦ ਤੋਂ ਆਪ ਮਹਾਂਪੁਰਖਾਂ ਨੇ ਬਚਨ ਕਹੇ ਆ ਕਥਾ ਵਿੱਚ। 27 ਮਈ 1964 ਤੋਂ ਮਹਾਂਪੁਰਖਾਂ ਦੀ ਗੁਰਬਾਣੀ ਦੀ ਸੰਥਿਆ ਜਥੇ ਵਿੱਚ ਪ੍ਰਾਰੰਭ ਹੋਈ ਔਰ ਉਸ ਦਿਨ ਤੋਂ ਲੈ ਕੇ ਲਗਭਗ 6 ਸਾਲ
आप जी महापुरखों के नाल जथे विच रहे और उसे दरम्यान ही महापुरखों की आग्या दे नाल कदे कदे घर विच आ जाया करते सन। फिर ज़्यादा वक्त समा जथे विच रहना और जथे विच रहिंदियां वक्त किड्डी वड्डी उन्हां दी घालना सी। जदों उन्हां दी संपूर्ण संथ्या हो गई श्री गुरु ग्रंथ साहिब जी दी, प्रेमी करतार सिंह जी लंघे आने वालियां तो महापुरख आप दस्या करदे कि उन्होंने सारी संथ्या गुरबाणी दी करवाई और गुरबाणी दी कथा, दसम दी कथा, गुर इतिहास दी कथा सुनी। हिरदे विच बड़ा बैराग पैदा होया। एक दिन महापुरखों के आसन ते जाके बेनती की, महापुरखों एक बेनती है। कहन लगे भाई दस, कहंदे महाराज मेरे मन च फुरना है कि दसम पातशाह जी दे प्रतख दर्शन करन दी इच्छा है, मेरे ते कृपा करो। महापुरख कहन लगे भाई किन्ना क नितनेम करदा? कहन लगे जी दस्या इन्ना क करदा। कहंदे इउं कर, पंजां बाणियां ते दूजे नितनेम तो इलावा 5 ग्रंथी दा भी रोज नितनेम करया कर ते 51 पाठ जपजी साहब दे भी करया कर। महाराज कलगीधर पातशाह तेरे ते बहुत वड्डी कृपा करनगे। महापुरखों ने उस दिन तो बाद अपना नितनेम वधाया और एडी घालना सी। साध संगत जी वड्डे महापुरखों का इशनान कराउण वक्त अमृत वेले आप ਸਿੰਘਾਂ ਦੇ नाल लक बन के लगते सन। आप इशनान कराउणा, लंगर विच जूठे बर्तन मांजणे, झाड़ू देना, संगत दे जोड़े झाड़ना। ये एवें नहीं एडियां वड्डियां रहमतां बरकतां बख्शिशां हुंदियां, ये बहुत वड्डी उन्हां सतपुरुषां दी घालना सी। इस करके इन्नियां महान उन्होंने घालना घालियां। और उस तो बाद जदों वड्डे संत सचखंड प्याना कर गए, आप जी का आनंद कारज नगर बिलासपुर जिला मोगा दे विच जथेदार सरदार सुच्चा सिंह जी की सुपुत्री साडे पूजनीक माता प्रीतम कौर जी दे नाल होया। समय अनुसार आप जी के घर विच 2 सुपुत्रां ने जन्म लिया। वड्डे भाई ईश्वर सिंह जी, छोटे भाई इंद्रजीत सिंह जी। और उस समय महापुरख जथे विच भी आया करते सन। महापुरख संत ज्ञानी करतार सिंह जी खालसा भिंडरां वालियां दे पास भी और घरे भी जाके दसां नौहां दी किरत भी करते सन। किरत भी बहुत मशक्कत भरी कीती। एक एक दिन विच एक एक किला एक एक एकड़ वाह दिया करते सन। एक हलाई जदों वगनी उस विच एक जपजी साहब का पाठ कर लेंदे सन। इन्ना अभ्यास सी। और साध संगत जी छोटे हुंदियां दा दसदे है कि घरों माता निहाल कौर जी तो छोले उबाल के उन्होंने तड़का लवा के अपनी जेब विच पा लेने ते छोटे छोटे बच्चे जिहड़े नाल दे महापुरखां दे छोटे छोटे हुंदे सी उन्होंने छोले वंडी जाना ते आप भी खाना, पहला उन्होंने वंडना ते सारे पिंड विच संतां दी अल पई वंड खाना। जिहड़ा भी कोई बुलाउंदा सी छोटे हुंदियां नूं, छोटे हुंदियां दा बचना भी वंड खाना ना संतां दा बड़ा छोटे हुंदियां दा प्रसिद्ध होया सी। देखो बचपन तो गुरमत दे पूर्णियां दे उत्ते किवें उन्हां ने पहरा दिता, किवें अंदरों उन्हां नूं गुरु ने प्रेरणा दित्ती, साधन बनाए। सतगुरु गुरु नानक साहब जी दे वचन भी है, किरत करनी नाम जपना वंड के छकना। वो छोटे हुंदे ही वंड के छकदे सन। सो साध संगत जी इस करके महापुरखों ने बड़ी करड़ी मशक्कत करके दसां नौहां दी किरत भी कीती और बड़ी गरीबी दे विच दिन गुजारे, कच्चे कोठे विच रह के अपना समा गुजारिया। बड़ा तप कीता उन्होंने, रोड अते थल्ले साध संगत जी कंडे विछा के सवा सवा महीना लगातार जपजी साहब का सवा सवा लख पाठ करना, ऐसा तप भी उन्होंने किया। और संत बाबा करतार सिंह जी खालसा जी दे नाल भी पंजां प्यारियां दी सेवा च महापुरख आप उन्होंने लाया करते अपने नाल। पंजां प्यारियां दी सेवा भी करनी, कथा भी करनी, सेवा बाकी भी सारी करनी। और संत बाबा करतार सिंह जी खालसा जी कथा दौरान ये वचन कहा करते सन कि ਸਿੰਘੋ जे जीवन बनाउणा तां अपना जीवन भाई जरनैल सिंह जी 82 रोडियां वाले वर्गा बनाओ। ये वचन संत बाबा करतार सिंह जी कथा विच ही कह दिया करते सन। उन्हां दी महानता नूं
महापुरख आप उजागर कर दे कथा दौरान। इन्ना उच्चा सुच्चा जीवन सी। महापुरख संत बाबा करतार सिंह जी खालसा पिंडरां वाले 1977 ਦੇ ਵਿੱਚ ਆਪ ਜੀ ਸੱਚਖੰਡ ਪਿਆਨਾ ਕਰ ਗਏ। ਜਦੋਂ ਮਹਾਂਪੁਰਖਾਂ ਦਾ ਲੁਧਿਆਣੇ ਕੋਲੇ ਐਕਸੀਡੈਂਟ ਹੋਇਆ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਮਿਸ ਬਰਾਊਨ ਹਸਪੀਟਲ ਵਿੱਚ ਮਹਾਂਪੁਰਖਾਂ ਕੋਲੇ ਰਾਤ ਦਿਨ ਸੁੱਤੇ ਨਹੀਂ। 13 ਦਿਨ ਨਾ ਰਾਤ ਨੂੰ ਸੁੱਤੇ ਨਾ ਦਿਨੇ ਸੁੱਤੇ। ਰਾਤ ਦਿਨ ਸੇਵਾ, ਸੰਤਾਂ ਦੇ ਸਰਾਣੇ ਖੜ ਕੇ ਸਾਰੀ ਬਾਣੀ ਦਾ ਨਿਤਨੇਮ, 5 ਬਾਣੀਆਂ, 5 ਗ੍ਰੰਥੀ ਦਾ ਪਾਠ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ ਬਾਰ ਬਾਰ ਸੰਤਾਂ ਨੂੰ ਸੁਣਾਈ ਜਾਣੇ। 13 ਦਿਨ ਨਾ ਸੁੱਤੇ ਤੇ ਨਾ ਆਰਾਮ ਕੀਤਾ। ਇੰਨੀ ਸੇਵਾ ਮਹਾਂਪੁਰਖਾਂ ਦੀ ਆਪ ਹਸਪੀਟਲ ਦੇ ਵਿੱਚ ਕੀਤੀ। ਔਰ ਉਸ ਤੋਂ ਬਾਅਦ ਵੱਡੇ ਮਹਾਂਪੁਰਖ ਸੱਚਖੰਡ ਪਿਆਨਾ ਕਰ ਗਏ। ਇੱਥੇ ਲਿਆ ਕੇ ਵੱਡੇ ਮਹਾਂਪੁਰਖਾਂ ਦਾ ਜਿੱਥੇ ਖੱਬੇ ਹੱਥ ਨਿਸ਼ਾਨ ਸਾਹਿਬ ਹੈ, ਇੱਥੇ ਉਹਨਾਂ ਦੇ ਪੰਜ ਭੌਤਿਕ ਸਰੀਰ ਦਾ ਸੰਸਕਾਰ ਕੀਤਾ ਗਿਆ। ਉਸ ਤੋਂ ਉਪਰੰਤ ਦਰਸ਼ਨੀ ਡਿਓਢੀ ਵਿੱਚ ਸਾਰੇ ਜਥੇ ਦੀ ਇਕੱਤਰਤਾ ਹੋਈ। ਸਾਰੇ ਜਥੇ ਦੇ ਸਿੰਘਾਂ ਦੀ ਸਲਾਹ ਦੇ ਨਾਲ ਮਹਾਂਪੁਰਖ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਹੋਰ ਵੀ ਬੜੇ ਇੱਛਕ ਸਨ ਮੁਖੀ ਬਣਨ ਦੇ, ਤਾਂ ਜਿਨ੍ਹਾਂ ਦੇ ਮਨ ਦੀਆਂ ਬੜੀਆਂ ਲਾਲਸਾਵਾਂ ਸਨ। ਕਈਆਂ ਨੇ ਬੜੇ ਅਪ ਸ਼ਬਦ ਵੀ ਵਰਤੇ। ਜਦੋਂ ਸੰਤਾਂ ਨੂੰ ਮੁਖੀ ਦਾ ਸਿਰੋਂ ਪਾਉ ਦਿੱਤਾ ਗਿਆ ਉਦੋਂ ਅਪ ਸ਼ਬਦ ਵੀ ਵਰਤੇ ਸਨ ਕਈ ਸਿੰਘਾਂ ਨੇ। ਉੱਥੇ ਹੀ ਦਰਸ਼ਨੀ ਡਿਓਢੀ 'ਚ ਕੀ ਕਿਹਾ ਸੀ, ਇੱਕ ਸਿੰਘ ਨੇ ਉੱਠ ਕੇ ਕਿਹਾ, ਕਹਿੰਦਾ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ। ਸੰਤਾਂ ਨੂੰ ਇਹ ਸ਼ਬਦ ਕਹੇ ਸਨ। ਪਰ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਇਸ ਗੱਲ ਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ। ਅਜਰ ਜਰਿਆ ਭਾਣੇ ਵਿੱਚ ਰਹੇ, ਦੁਨੀਆ ਨੂੰ ਦੱਸ ਦਿੱਤਾ ਕਿ ਦਮਦਮੀ ਟਕਸਾਲ ਦੇ ਬਾਗ ਵਿੱਚ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ, ਕਿੱਡਾ ਇਸ ਬਾਗ ਨੂੰ ਸੰਸਾਰ ਵਿੱਚ ਹਰਿਆ ਭਰਿਆ ਰੱਖਣ ਦੇ ਵਿੱਚ ਉਹਨਾਂ ਨੇ ਪੰਥ ਦੇ ਬਲ ਕੇ ਬਾਗ ਦੇ ਵਿੱਚ ਉਹਨਾਂ ਨੇ ਆਪਣੀ ਰੱਤ ਪਾ ਕੇ ਇਸ ਬਾਗ ਦੇ ਵਿੱਚ ਕਿੱਡੀ ਵੱਡੀ ਦੇਣ ਦਿੱਤੀ ਹੈ। ਸੋ ਸਾਧ ਸੰਗਤ ਜੀ, ਐਸੇ ਉਹ ਮਹਾਂਪੁਰਖ, ਉਹਨਾਂ ਨੂੰ ਅਗਲੇ ਟਕਸਾਲ ਦੇ ਮੁਖੀ ਦਾ ਬਾਬਾ ਜੀ ਨੇ ਸਿਰੋਂ ਪਾਉ ਦਿੱਤਾ। ਉਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਇੱਥੇ ਲਿਆ ਕੇ ਮੱਥਾ ਟਿਕਾਇਆ, ਅਰਦਾਸ ਹੋਈ। ਅਖੰਡ ਪਾਠ ਸਾਹਿਬ ਮਹਾਂਪੁਰਖਾਂ ਦੀ ਯਾਦ ਵਿੱਚ ਚੱਲ ਰਹੇ ਸਨ। ਗੌੜੀ ਮਹੱਲਾ 5ਵਾਂ ਗੁਰਸੇਵਾ ਤੇ ਨਾਮੇ ਲਾਗਾ, ਇਹ ਸ਼੍ਰੀ ਮੁਖਵਾਕ ਆਇਆ। 5 ਪ੍ਰਕਰਮਾਂ ਹੋਈਆਂ। ਮਹਾਂਪੁਰਖਾਂ ਦੇ ਦਸ਼ਹਿਰੇ ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ, ਪੰਥ ਵੱਲੋਂ ਉਹਨਾਂ ਦੀ ਦਸਤਾਰਬੰਦੀ ਹੋਈ। ਔਰ 77 ਤੋਂ ਲੈ ਕੇ 84 ਤੱਕ ਲਗਭਗ 6-7 ਸਾਲ ਜੋ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਹੈ, ਉਹ ਸਾਧ ਸੰਗਤ ਜੀ ਸੁਨਹਿਰੀ ਅੱਖਰਾਂ ਦੇ ਵਿੱਚ ਸਿੱਖਾਂ ਦੇ ਹਿਰਦਿਆਂ ਵਿੱਚ ਵੀ ਔਰ ਸਿੱਖ ਪੰਥ ਦੇ ਇਤਿਹਾਸ ਵਿੱਚ ਵੀ ਦਰਜ ਹੈ। ਸਮਾਂ ਨਹੀਂ ਕਿ ਮੈਂ ਬਹੁਤ ਲੰਮਾ ਵਿਸਥਾਰ ਕਰਾਂ। ਸਾਧ ਸੰਗਤ ਜੀ, ਅੱਜ ਦਾ ਦਿਨ ਜੋ ਆਇਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੰਘਾਂ ਨੇ ਕਈ ਵਾਰੀ ਉਹਨਾਂ ਨੂੰ ਕਈ ਤਰ੍ਹਾਂ ਦੇ ਬਚਨ ਕਰਨੇ। ਇੱਕ ਵਾਰੀ ਕਲਕੱਤੇ ਤੋਂ ਭਾਈ ਅਮਰੀਕ ਸਿੰਘ ਆਏ। ਉਹਨਾਂ ਨੇ ਕਿਹਾ, ਮਹਾਂਪੁਰਖੋ, ਹਾਲਾਤ ਵੇਖ ਕੇ ਕੋਈ ਚੰਗਾ ਕਿਆਸ ਨਹੀਂ ਕੀਤਾ ਜਾ ਸਕਦਾ। ਹਾਲਾਤ ਜਿਹੜੇ ਉਹ ਇਸ ਤਰ੍ਹਾਂ ਦਿਖਾਈ ਦੇ ਰਹੇ ਹੈ ਕਿ ਕੋਈ ਵੱਡਾ ਸੰਕਟ ਪੰਥ ਦੇ ਉੱਤੇ ਆਉਣ ਵਾਲਾ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਅਮਰੀਕ ਸਿਆਂ, ਹਿੰਦੂ ਲਈ ਹਰਿਦੁਆਰ ਤੋਂ ਪਰੇ ਉਜਾੜ ਹੈ, ਮੁਸਲਮਾਨ ਲਈ ਮੱਕੇ ਤੋਂ ਪਰੇ ਉਜਾੜ ਹੈ, ਸਿੱਖ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਉਜਾੜ ਹੈ। ਕਹਿੰਦੇ ਭਾਣਾ ਵਰਤਣਾ ਉਹ ਸਾਨੂੰ ਪਹਿਲਾਂ ਹੀ ਪਤਾ। ਇਸ ਕਰਕੇ ਬਾਪੂ ਜੀ ਤੋਂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਸ਼ਬਦ ਕਿਹਾ ਕਰਦੇ ਸਨ ਕਈ ਵਾਰੀ, ਕਿਉਂਕਿ ਖਾਲਸੇ ਦੇ ਪਿਤਾ ਸਤਿਗੁਰੂ ਦਸ਼ਮੇਸ਼ ਪਿਤਾ ਕਹਿੰਦੇ, ਆਪਣੇ ਬਾਪੂ ਜੀ ਤੋਂ ਮੈਂ ਅਰਦਾਸ ਕਰਕੇ ਦਾਤ ਮੰਗੀ ਹੈ, ਜਬ ਆਪ ਕੀ ਔਧ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ। ਕਹਿੰਦੇ ਮੈਂ ਤਾਂ ਹੁਣ ਇੱਥੇ ਸ਼ਹੀਦੀ ਦਿਆਂਗਾ ਸਤਿਗੁਰਾਂ ਦੇ ਚਰਨਾਂ ਵਿੱਚ। ਇਸ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ। ਮੈਂ ਇਹ ਨਹੀਂ ਮੰਗਦਾ ਕਿ ਲੰਮੀ ਉਮਰ ਭੋਗ ਕੇ, ਹੱਡੀਆਂ ਰਗੜ ਕੇ, ਅੱਡੀਆਂ ਰਗੜ ਕੇ ਮੰਜੇ ਤੇ ਤੜਫ ਕੇ ਮਰਾਂ, ਇਹੋ ਜੀ ਮੌਤ ਮੈਨੂੰ ਨਹੀਂ ਚਾਹੀਦੀ।
इस करके उन्हां महापुरखों ने पहले मरना मंडिया होया सी। सो साध संगत जी उन्हां दे नाल जिगर दे साथी महापुरख संत बाबा करतार सिंह जी खालसा जी दे वड्डे सपुत्र अमर शहीद भाई अमरीक सिंह जी, संत बाबा करतार सिंह जी खालसा जी ने कथा विच एक बारी ये वचन कहे सन, ਸਿੰਘਾਂ ने सुने सन। जदों वड्डे साहिबजादियां दी शहादत दा प्रसंग सुना रहे सन, कहंदे कलगीधर पातशाह किरपा करन, मेरे सुपुत्र नूं भी अपने पंथ दी सेवा विच किते इस तरह लेखे ला लैण। ये बचन उन्होंने अरदास रूप विच संगत विच कीते सन। उन्हां दे बचन भी पूरे होए। जदों अमर शहीद भाई अमरीक सिंह जी दी 6 जून नूं अमृत वेले शहीदी होई और जनरल सरदार सुबेग सिंह जी दी भी महापुरखों तो एक दिन पहला उन्हां दी शहीदी होई। बाबा अठारा सिंह जी की शहादत हुई और बेअंत सिंघां की शहीदी हुई। अज अमृत वेले संतां ने बाकमाल देखो उन्हां महापुरखों का धीरज हौसला कि हिंदुस्तान की हुकूमत ने लखां की फौज विच घेरा पा लखां की फौज नाल घेरा पाया, टैंक ते तोप गोलियां दा मींह भरा रहे आ, गोलियां कड़ कड़ के चल रही। ਵੱਡਿਆਂ ਵੱਡਿਆਂ ਦੇ ਤਾਂ ਇਹੋ ਜਿਹਾ ਖੜਾਕ सुन के पसीने छुट जाते हैं, पर वो अडोल हन। इशनान किया, आसा जी की वार कन्नां विच ना सुनाई दिती, ਸਿੰਘਾਂ नूं बुलाया, कहंदे मीरी पीरी दे मालक दा तख्त है। उस 6वें पातशाह जी ने भी इस तख्त की मर्यादा च आंच नहीं आउण दिती कि जदों अमृतसर साहब का युद्ध होया, आसा जी की वार का उदण भी कीर्तन होया सी। जदों बापू जी ने आनंदपुर साहब का किला छड्डिया, उदों परिवार विछोड़ा साहब सरसा नदी के कंढे ते अद्धे सिंह शहीद हो गए और जेड़े बचे उन्हां विचों अद्धे सिंह जंग लड़ रहे सन। अद्धे सिंघां नूं हुक्म कीता आसा जी दी वार दा दीवान लाओ, कीर्तन करो, दीवान दी मर्यादा पूरी करके फिर जाना अगले पड़ाव ते कहंदे आपां उस सतगुरु दे सिख हैं, अज भावें कुछ भी हो जाए कीर्तन जरूर करो आसा जी दी वार दा। सिंह गए, भाई गुरशरण सिंह इन्हां नूं फटाफट बाजे खोल के आसा जी दी वार दा अमृत वेले कीर्तन पूरा होया। महापुरख लगभग श्री अकाल तख्त साहब जी दे उत्ते 7:15 बजे आए। 7:30 बजे पौने 8 का टाइम सी दसदे है। महापुरखों ने आके श्री अकाल तख्त साहब अरदास की, नमस्कार की, परिक्रमा की और अरदास दे बोल सन कि हे मेरी पीरी दे मालक सतगुरु, जिस तुहाडे तख्त ते जालम अज टैंकां तोपां दे नाल हमला करके नूं ढा रहे है, इस तख्त ते तुहाडा साजिया पंथ एक दिन सोना ते हीरे मोती लाएगा और सच्चे पातशाह जिन्ना चिर आप जी दे साजे पंथ दे गलों गुलामी नहीं लै जाती, उन्ना चिर वार वार संसार ते आके मैं पंथ दी ते तुहाडे दर दी सेवा करदा रहा। ये बोल सन उन्हां महापुरखों दे। अपने हथ वाला तीर धन गुरु हरगोबिंद साहब जी दे तख्त ते भेटा करके आप जी नाल दे ਸਿੰਘਾਂ समेत खब्बे पासे दियां पौड़ियां उदों छोटियां पौड़ियां सन, ये पौड़ियां थल्ले उतरे। जदों निशान साहबां दे कोले गए, बड़ा जोर दा हमला होया। शरीर दा 1 इंच थां भी नहीं सी बचिया जिथे गोलियां नहीं वजियां। सारा सीना सारा शरीर गोलियां नाल विन दिता गया और 8:45 ते महापुरखों की अज दे दिन शहीदी हुई। सो साध संगत जी अज आपां उन्हां समूह शहीदां दा महापुरखों का शहीदी दिहाड़ा बड़े सत्कार नाल, भावना नाल, वैराग नाल, शरधा नाल मना रहे हाँ। आओ हुण आपां बड़ी शरधा भावना नाल जो सतगुरु जी ने श्री मुखवाक बख्शिश कीते है उन्हां दी कथा सुनो, क्योंकि समा अपनी चाले तुरिया जा रहा है। महापुरख भी आए है, सत्कारयोग शख्सियतां भी पहुंचियां, सारियां ने थोड़े थोड़े मिनट तुहाडे दर्शन करने हैं। समागम बहुत सीमित रखा गया, लम्मा समागम रखण दा प्रोग्राम नहीं है।
ਸਾਰੀਆਂ ਸੰਗਤਾਂ ਜਾਣਦੀਆਂ ਹਨ। ਸੋ ਮਨ ਨੂੰ ਇਕਾਗਰ ਕਰਕੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਆਪ ਸੰਗਤਾਂ ਸੁਣੋ। ਇੱਕ ਵਾਰੀ ਗੱਜ ਕੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ। ਸਤਿਗੁਰੂ ਜੀ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਸੂਰਮਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਸਤਿਗੁਰੂ ਜੀ ਉੱਤਰ ਦੇ ਰਹੇ ਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰ ਦਾ ਰੰਗ ਪ੍ਰੇਮ ਲੱਗ ਗਿਆ। ਰੰਗ ਦਾ ਅਰਥ ਇੱਥੇ ਪ੍ਰੇਮ ਹੈ। ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਲਾਲ ਰੰਗ ਤਿਸ ਕੋ ਲੱਗਾ, ਜਿਸਕੇ ਵਡ ਭਾਗਾ। ਮੈਲਾ ਕਦੇ ਨਾ ਹੋਵਈ, ਨਾ ਲਾਗੈ ਦਾਗਾ। ਕਹਿੰਦੇ ਜਰਨਲ ਦਿਆਲ ਕਹਿੰਦਾ ਮੈਂ ਹੱਸਦਾ ਸੀ ਜਦੋਂ 2 ਜੂਨ ਨੂੰ ਕਹਿੰਦੇ ਮੈਂ ਅੰਦਰ 2200 ਗਿਣਤੀ ਦੇ ਵਿੱਚ ਫੌਜ ਭੇਜੀ। ਮੈਂ ਹੱਸ ਰਿਹਾ ਸੀ ਕਿ ਭਿੰਡਰਾਂ ਵਾਲਾ ਕਿਸ ਸ਼ਕਤੀ ਦੇ ਬਲ ਬੂਤੇ ਆਪਣਾ ਆਪ ਸਾਡੇ ਅੱਗੇ ਸਮਰਪਿਤ ਨਹੀਂ ਕਰ ਰਿਹਾ। ਭਾਵ ਹੱਥ ਖੜੇ ਕਰਕੇ ਪੇਸ਼ ਕਿਉਂ ਨਹੀਂ ਹੋ ਰਿਹਾ? ਕੀ ਕਹਿੰਦਾ? ਕਹਿੰਦਾ ਮੈਨੂੰ ਉਹਦੇ ਤੇ ਹਾਸਾ ਆਉਂਦਾ ਕਿ ਉਹਦੇ ਨਾਲ ਹੁਣ ਥੋੜੇ ਸਮੇਂ ਵਿੱਚ ਜੋ ਕੁਝ ਹੋਣਾ ਉਹ ਉਹਨੇ ਕਦੇ ਸੋਚਿਆ ਵੀ ਨਹੀਂ ਹੋਏਗਾ। ਇਹ ਗੱਲ ਉਸ ਜ਼ਾਲਮ ਨੇ ਆਪਣੇ ਹੱਥੀਂ ਲਿਖੀ ਹੈ। ਮਹਾਂਪੁਰਖ ਇਹ ਬਚਨ ਕਿਹਾ ਕਰਦੇ ਸਨ ਕਿ ਖਾਲਸਾ ਜੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, 72 ਘੰਟੇ ਨਾ ਪਾਕ ਫੌਜ ਦੇ ਕਦਮ ਮੈਂ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਪੈਣ ਦਿਆਂਗਾ। ਇੰਨੀ ਕਿਰਪਾ ਕਹਿੰਦੇ ਮੇਰੇ ਉੱਤੇ ਸਤਿਗੁਰੂ ਦੀ ਹੈ। ਤੇ ਜਿਹੜਾ ਕੋਈ ਅੰਦਰ ਆ ਗਿਆ ਹਮਲਾ ਕਰਨ ਵਾਸਤੇ, ਜਿਉਂਦਾ ਵਾਪਸ ਨਹੀਂ ਜਾਣ ਦਿਆਂਗਾ। ਉਸ ਮਰਦੇ ਮੁਜਾਹਿਦ ਨੇ ਇਹ ਬਚਨ ਸਾਧ ਸੰਗਤ ਜੀ ਪ੍ਰਤੱਖ ਕਰਕੇ ਵਿਖਾਏ। ਵਾਕਈ 72 ਘੰਟੇ ਜੇ ਕੋਈ ਆਇਆ ਤਾਂ ਜਿਉਂਦਾ ਨਹੀਂ ਮੁੜਿਆ ਵਾਪਸ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਦੇ ਨੇੜੇ ਨਹੀਂ ਢੁਕਣ ਦਿੱਤਾ ਕਿਸੇ ਨੂੰ। ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਹੈ ਨਾ, ਉਨਾ ਚਿਰ ਹੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਗੁਰੂ ਦੀ ਖਾਤਰ ਸਿੱਖ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ, ਫਿਰ ਅਗਲੀ ਜ਼ਿੰਮੇਵਾਰੀ ਗੁਰੂ ਦੀ ਹੈ। ਉਦਾਂ ਤਾਂ ਪਹਿਲਾਂ ਵੀ ਗੁਰੂ ਦੀ ਉਹ ਜ਼ਿੰਮੇਵਾਰੀ ਹੈ, ਬਾਅਦ ਵਿੱਚ ਵੀ ਹੈ। ਪਰ ਸਿੱਖ ਦਾ ਇੱਕ ਸੰਕਲਪ ਹੁੰਦਾ, ਇੱਕ ਦ੍ਰਿੜ ਅਕੀਦਾ ਵਿਸ਼ਵਾਸ ਹੁੰਦਾ ਆਪਣੇ ਸਤਿਗੁਰੂ ਤੇ। ਸੋ ਸਾਧ ਸੰਗਤ ਜੀ, ਇਸ ਕਾਰਨ ਮਹਾਂਪੁਰਖਾਂ ਨੇ ਉਹ ਬਚਨ ਕਹਿੰਦੇ, ਜਦੋਂ ਉਹ ਜਰਨਲ ਦਿਆਲ ਕਹਿੰਦਾ ਮੈਂ ਹੱਸਦਾ ਸੀ, ਪਰ ਕਹਿੰਦਾ ਥੋੜੇ ਮਿੰਟਾਂ ਬਾਅਦ ਹੀ ਕੀ ਕੁਝ ਵਾਪਰਿਆ। ਮੈਂ ਫੇਰ ਅੱਜ ਇਹ ਸ਼ਬਦ ਦੁਹਰਾ ਰਿਹਾ ਕਿ ਅਸਮਾਨ ਪਾਟਮੀਆਂ ਅੰਦਰੋਂ ਚੀਕਾਂ ਨਿਕਲ ਰਹੀਆਂ ਸਨ। ਔਰ ਕਹਿੰਦਾ ਸਾਡੇ ਫੌਜੀ ਐ ਰੋ ਰਹੇ ਸਨ, ਉੱਚੀ ਉੱਚੀ ਕੁਰਲਾ ਰਹੇ ਸਨ। ਕਹਿੰਦੇ ਇੱਕ ਵਾਰੀ ਤਾਂ ਕਹਿੰਦੇ ਰੱਬ ਵੀ ਭੈ ਭੀਤ ਹੋ ਗਿਆ। ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਬਣ ਕੀ ਗਿਆ ਇੱਥੇ। ਅਸੀਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਥੇ ਆਹ ਕੁਝ ਹੋ ਜਾਏਗਾ। ਸੋ ਸਾਧ ਸੰਗਤ ਜੀ, ਦੁਸ਼ਮਣਾਂ ਨੂੰ, ਦੁਸ਼ਮਣਾਂ ਦੇ ਦਿੱਲੀ ਤਖਤ ਨੂੰ ਕੰਬਣੀ ਲਾ ਦਿੱਤੀ, ਤਖਤ ਹਿਲਾ ਕੇ ਰੱਖ ਦਿੱਤਾ। ਇਹ ਸਤਿਗੁਰੂ ਦੀ ਬਾਣੀ ਦੀ ਕਰਾਮਾਤ ਹੈ, ਸਤਿਗੁਰੂ ਦੀ ਕਿਰਪਾ ਦੀ ਕਰਾਮਾਤ ਹੈ। ਉਹਨਾਂ ਦੀ ਦ੍ਰਿੜਤਾ, ਉਹਨਾਂ ਦੀ ਕਰਨੀ ਦੀ ਕਰਾਮਾਤ ਸੀ। ਇਸ ਕਰਕੇ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰ ਦਾ ਰੰਗ ਪ੍ਰੇਮ ਲੱਗਾ ਹੈ, ਸੋ ਕਹੀਅਤ ਹੈ ਸੂਰਾ। ਉਹੀ ਸੂਰਮੇ ਯੋਧੇ ਬਹਾਦਰ ਕਹੀਦੇ ਹਨ। ਸਰਵਣ ਮੰਨਣ ਨਿਧਿਆਸਨ ਕਰਨ ਵਾਲੇ ਵੀ ਸੂਰਮੇ, ਨਾਮ ਜਪ ਕੇ ਪ੍ਰੇਮ ਰੰਗ ਵਿੱਚ ਵੀ ਰੰਗੇ ਹੋਏ ਸੂਰਮੇ, ਵਿਕਾਰਾਂ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਵੀ ਸੂਰਮੇ। ਧੰਨ ਜਿਓ ਤਿਹ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਜੁਧ ਵਿਚਾਰੈ, ਐਸੇ ਵੀ ਸੂਰਮੇ ਹੈ। ਗੁਰ ਸਿੱਖ ਕਮਾਈ ਵਾਲੇ
ਤੇ ਜ਼ਾਲਮ ਨਾਲ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ ਵੀ ਵੱਡੇ ਸੂਰਮੇ ਆ। ਇਸ ਕਰਕੇ ਉਹਨਾਂ ਨੂੰ ਭਾਈ ਸੂਰਮੇ ਕਹੀਦਾ ਹੈ, ਬਹਾਦਰ ਯੋਧੇ ਕਹੀਦਾ ਹੈ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ। ਸੂਰੇ ਸਈ ਆਗਿਆ ਆਖੀਏ, ਦਰਗਹਿ ਪਾਵੇ ਸਾਚੀ ਮਾਣੋ। ਆਤਮ ਜਿਣੈ ਸਗਲ ਵਸ ਤਾਕੈ। ਜਿਨ੍ਹਾਂ ਨੂੰ ਭਾਈ ਗੁਰੂ ਦਾ ਪ੍ਰੇਮ ਲੱਗ ਗਿਆ, ਰੰਗ ਲੱਗ ਗਿਆ, ਉਹ ਐਡੇ ਵੱਡੇ ਸੂਰਮੇ ਆ ਨਾ, ਉਹਨਾਂ ਨੇ ਆਪਣੇ ਮਨ ਨੂੰ ਵੀ ਜਿੱਤ ਲਿਆ। ਮਨ ਉੱਤੇ ਵੀ ਫਤਿਹ ਪ੍ਰਾਪਤ ਕਰ ਲਈ। ਫਾਹੇ ਕਾਟੇ ਮਿਟੇ ਗਵਨ ਫਤਿਹ ਭਾਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਐਡੀ ਮਨ ਤੋਂ ਜਿੱਤ ਪ੍ਰਾਪਤ ਕੀਤੀ ਹੋਈ ਸੀ। ਪ੍ਰਸ਼ਾਦਾ ਮਿਲ ਗਿਆ, ਛਕ ਲਿਆ, ਨਾ ਮਿਲਿਆ ਤਾਂ ਕੋਈ ਮਨ ਵਿੱਚ ਚਿੰਤਾ ਨਹੀਂ। ਵਸਤਰ ਮਿਲ ਗਏ ਪਾ ਲਏ, ਨਹੀਂ ਤਾਂ ਜਿਹੋ ਜਿਹੇ ਮਿਲੇ ਉਹਨਾਂ ਨਾਲ ਹੀ ਗੁਜ਼ਾਰਾ ਕਰ ਲਿਆ। ਇਸ ਕਰਕੇ ਮਨ ਨੂੰ ਇੰਨਾ ਕਾਬੂ ਕੀਤਾ ਹੋਇਆ ਸੀ। ਨਾ ਖਾਣ ਦੀ ਲਾਲਸਾ, ਨਾ ਸੌਣ ਦੀ ਇੱਛਾ, ਨਾ ਪਹਿਨਣ ਦਾ ਕੋਈ ਸੰਕਲਪ ਮਨ ਵਿੱਚ। ਇੰਨਾ ਤਿਆਗ, ਇੰਨਾ ਵੈਰਾਗ ਉਹਨਾਂ ਦੇ ਜੀਵਨ ਵਿੱਚ ਵੇਖਿਆ ਗਿਆ ਹੈ। ਇੱਕ ਵਾਰੀ ਇੱਥੇ ਵਿਦਿਆਲੇ ਉੱਤੇ ਮਹਾਂਪੁਰਖ ਦੁਪਹਿਰ ਦੇ ਸਮੇਂ ਬੈਠੇ ਸਨ। ਭਾਈ ਗੁਰਮੁਖ ਸਿੰਘ ਜੀ ਗੜਵਈ ਮਹਾਂਪੁਰਖਾਂ ਦੇ ਨਗਰ ਤੋਂ ਭੂਰਿਆਂ ਵਾਲੇ ਸਨ। ਉਹ ਵੀ ਉੱਥੇ ਸ਼ਹੀਦ ਹੋਏ। ਸਾਧ ਸੰਗਤ ਜੀ, ਮਹਾਂਪੁਰਖ ਕਹਿੰਦੇ, ਗੁਰਮੁਖ ਸਿੰਘ ਭੁੱਖ ਬਹੁਤ ਲੱਗੀ ਹੈ, ਪ੍ਰਸ਼ਾਦਾ ਲਿਆ। ਭਾਈ ਅਜੈਬ ਸਿੰਘ ਜੀ 82 ਬੈਠੇ ਆ, ਇਹ ਵੀ ਮਹਾਂਪੁਰਖਾਂ ਦੇ ਗੜਵਈ ਰਹੇ ਆ ਕੁਝ ਸਮਾਂ। ਜਦੋਂ ਮੈਨੂੰ ਮਹਾਂਪੁਰਖ ਕਿਰਪਾ ਕਰਕੇ ਜੱਥੇ ਵਿੱਚ ਲੈ ਕੇ ਆਏ, ਉਦੋਂ ਭਾਈ ਸਾਹਿਬ ਗੜਵਈ ਸਨ ਮਹਾਂਪੁਰਖਾਂ ਦੇ। ਤਾਂ ਭਾਈ ਗੁਰਮੁਖ ਸਿੰਘ ਲੰਗਰ ਵਿੱਚ ਗਿਆ। ਲੰਗਰ ਵਿੱਚੋਂ ਮਸਾਂ ਹੀ 2 ਸੁੱਕੇ ਪ੍ਰਸ਼ਾਦੇ ਮਿਲੇ ਤੇ ਪਤਲੀ ਜੀ ਦਾਲ, ਨਾ ਉਹਦੇ ਵਿੱਚ ਲੂਣ, ਨਾ ਕੋਈ ਮਿਰਚ ਮਸਾਲਾ, ਪਾਣੀ ਵਰਗੀ ਦਾਲ। ਜੋ ਮਿਲਿਆ ਲੈ ਕੇ ਆਇਆ, ਸੰਤਾਂ ਦੇ ਅੱਗੇ ਹੱਥ ਪਵਿੱਤਰ ਕਰਾ ਕੇ ਪ੍ਰਸ਼ਾਦਾ ਰੱਖ ਦਿੱਤਾ। ਸੰਤ ਜਦੋਂ ਪ੍ਰਸ਼ਾਦਾ ਛਕਣ ਲੱਗੇ ਨਾ, ਬਾਹਰੋਂ ਕੋਈ ਬੜੇ ਸਿਆਣੇ ਸਿਆਣੇ ਚੰਗੇ ਚੰਗੇ ਸਿੰਘ ਆਏ ਹੋਏ ਸਨ। ਉਹ ਦੇਖ ਕੇ ਭਾਈ ਗੁਰਮੁਖ ਸਿੰਘ ਦੇ ਗਲ ਪੈ ਗਏ। ਕਹਿੰਦੇ, ਸਿੰਘੋ, ਤੁਸੀਂ ਆਹ ਸੰਤਾਂ ਦਾ ਖਿਆਲ ਰੱਖਦੇ ਹੋ? ਸਾਰਾ ਦਿਨ ਨਹੀਂ ਸੌਂਦੇ, ਸਾਰਾ ਰਾਤ ਨਹੀਂ ਆਰਾਮ ਕਰਦੇ, ਔਰ ਸਾਰਾ ਦਿਨ ਸਿੱਖੀ ਦੇ ਪ੍ਰਚਾਰ ਵਿੱਚ ਲੰਘ ਜਾਂਦਾ, ਤੇ ਪ੍ਰਸ਼ਾਦਾ ਤੁਸੀਂ ਇਹਨਾਂ ਨੂੰ ਇਹੋ ਜਿਹਾ ਦੇ ਰਹੇ ਹੋ। ਇਹੋ ਜਿਹਾ ਤਾਂ ਪ੍ਰਸ਼ਾਦਾ ਕੋਈ ਘਰ ਵਿੱਚ ਵੀ ਨਹੀਂ ਖਾਂਦਾ। ਮਹਾਂਪੁਰਖ ਸਿੰਘਾਂ ਨੂੰ ਕਹਿਣ ਲੱਗੇ, ਜਿਹੜੇ ਬੜੇ ਉਹਨਾਂ ਦਾ ਰੋਸ ਜਾਇਜ਼ ਸੀ। ਮਹਾਂਪੁਰਖ ਕਹਿਣ ਲੱਗੇ, ਨਹੀਂ, ਇਸ ਪ੍ਰਸ਼ਾਦੇ ਵਿੱਚ 36 ਪਦਾਰਥਾਂ ਨਾਲੋਂ ਵੀ ਵੱਧ ਸਵਾਦ ਹੈ। ਉਹੀ ਰੁੱਖਾ ਮਿੱਸਾ ਪ੍ਰਸੰਨਤਾ ਨਾਲ ਛਕ ਕੇ ਅਰਦਾਸ ਕਰ ਦਿੱਤੀ। ਇਹੋ ਜਿਹਾ ਜੀਵਨ ਸੀ ਉਹਨਾਂ ਮਹਾਂਪੁਰਖਾਂ ਦਾ। ਸਾਧ ਸੰਗਤ ਜੀ, ਐਸਾ ਉਹਨਾਂ ਦਾ ਤਿਆਗ, ਐਸਾ ਉਹਨਾਂ ਦਾ ਵੈਰਾਗ, ਐਸਾ ਉਹਨਾਂ ਦਾ ਸੰਜਮਈ ਜੀਵਨ ਸੀ। ਇਸ ਕਰਕੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ। ਮਨ ਜਿੱਤਣਾ ਬੜਾ ਕਠਿਨ ਹੈ ਸਾਧ ਸੰਗਤ ਜੀ, ਮਨ ਨੂੰ ਵਸ ਵਿੱਚ ਕਰਨਾ ਬੜਾ। ਜਿਨ੍ਹਾਂ ਨੇ ਰੁੱਖੇ ਮਿੱਸੇ ਖਾ ਕੇ ਵਾਹਿਗੁਰੂ ਦਾ ਨਾਮ ਜਪਿਆ ਨਾ, ਅੱਜ ਉਹਨਾਂ ਦੀ ਯਾਦ ਵਿੱਚ ਮਠਿਆਈਆਂ ਦੇ ਭੰਡਾਰੇ ਚੱਲ ਰਹੇ ਹੈ, ਲੰਗਰ ਚੱਲ ਰਹੇ ਹੈ, ਸੰਗਤਾਂ ਛਕ ਰਹੀਆਂ, ਛਕਾ ਰਹੀਆਂ। ਸਾਰੇ ਸੰਸਾਰ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੱਜ ਦੁਨੀਆ ਲੰਗਰ ਚਲਾ ਰਹੀ ਹੈ। ਸੋ ਸਾਧ ਸੰਗਤ ਜੀ, ਐਸੀ ਉਹਨਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਸੀ। ਆਤਮ ਜਿਣੈ ਸਗਲ ਵਸ ਤਾਕੈ। ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ। ਜਿਹਨੇ ਜਿੱਤ ਲਿਆ, ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਉਹਨਾਂ ਦੇ ਸਾਰੇ ਵਸ ਅਧੀਨ ਹੋ ਜਾਂਦੇ ਹੈ। ਫਰੀਦਾ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਬੰਦੇ ਦਾ ਕਿਸੇ ਨਾਲ ਪ੍ਰੇਮ ਹੋਵੇ, ਕੋਈ ਮਿੱਤਰ ਯਾਰ ਸੱਜਣ ਹੋਵੇ, ਅਤ ਅੰਦਰੋਂ ਸਨੇਹ ਹੋਵੇ, ਬੰਦਾ ਉਹਦੇ ਉੱਤੋਂ ਦੀ ਆਪਣਾ ਧਨ ਨਿਸ਼ਾਵਰ ਕਰ ਦਿੰਦਾ, ਜਾਇਦਾਦ ਦੇ ਦਿੰਦਾ, ਪਦਵੀਆਂ ਦੇ ਦਿੰਦਾ, ਪਰ ਜਾਨ ਕੋਈ ਨਹੀਂ ਦਿੰਦਾ ਕਿਸੇ ਦੇ ਬਦਲੇ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਐਸੀ ਕਰਨੀ ਸੀ, ਐਸਾ ਮਨ ਜਿੱਤਿਆ ਹੋਇਆ ਸੀ, ਐਸੀ ਗੁਰੂ ਦੀ ਕਿਰਪਾ। ਉਹਨਾਂ ਦੇ ਇੱਕ ਬਚਨ ਤੇ ਲੱਖਾਂ ਨੌਜਵਾਨਾਂ ਨੇ ਆਪਣੇ ਸੀਸ ਲਾ ਦਿੱਤੇ।
ਸੋ ਇਸ ਕਰਕੇ ਐਸੀ ਕਮਾਈ ਦੇ ਮਾਲਕ ਸਨ। ਇਉਂ ਪਾਈ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਉਹਨਾਂ ਦੇ ਸਾਰਾ ਕੁਝ ਵਸ ਵਿੱਚ ਅਧੀਨ ਹੋ ਜਾਂਦਾ। ਸਾਰਾ ਸੰਸਾਰ ਹੀ ਉਹਨਾਂ ਦੇ ਵਸ ਵਿੱਚ ਹੈ, ਉਹਨਾਂ ਦੀ ਮੁੱਠੀ ਵਿੱਚ ਹੈ। ਜਾ ਕਾ ਸਤਿਗੁਰ ਪੂਰਾ, ਇਹ ਬਖਸ਼ਿਸ਼ਾਂ ਉਹਨਾਂ ਤੇ ਹੁੰਦੀਆਂ ਜਿਨ੍ਹਾਂ ਦਾ ਸਤਿਗੁਰੂ ਪੂਰਾ, ਜਿਨ੍ਹਾਂ ਦੇ ਸਿਰ ਤੇ ਹੱਥ ਰੱਖਦਾ। ਪੂਰੇ ਸਤਿਗੁਰੂ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਪੂਰੇ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਸਤਿਗੁਰੂ ਹਨ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਈਐ। ਐਸਾ ਪੂਰਾ ਸਤਿਗੁਰੂ, ਜਿਨ੍ਹਾਂ ਦਾ ਪੂਰਾ ਸਤਿਗੁਰੂ, ਜਿਨ੍ਹਾਂ ਦੇ ਸਿਰ ਤੇ ਹੱਥ ਰੱਖਦਾ, ਜਿਨ੍ਹਾਂ ਨੇ ਐਸੇ ਪੂਰੇ ਸਤਿਗੁਰੂ ਦਾ ਲੜ ਪਕੜ ਲਿਆ ਹੈ, ਉਹੀ ਮਨ ਨੂੰ ਜਿੱਤਦੇ ਆ। ਉਹਨਾਂ ਦੇ ਉੱਤੇ ਪ੍ਰੇਮ ਦਾ ਰੰਗ ਲੱਗਦਾ, ਉਹੀ ਅਸਲ ਸੂਰਮੇ ਬਹਾਦਰ ਬਣਦੇ ਆ। ਠਾਕੁਰ ਗਾਈਐ ਆਤਮ ਰੰਗ, ਠਾਕੁਰ ਵਾਹਿਗੁਰੂ ਦੇ ਰੰਗ ਨੂੰ, ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਤਾਂ ਮਨ ਦੇ ਰੰਗ ਨਾਲ, ਆਤਮਾ ਦੇ ਰੰਗ ਪ੍ਰੇਮ ਦੇ ਵਿੱਚ ਭਿੱਜ ਕੇ। ਵੈਸੇ ਤਾਂ ਸੰਤ 2.5 ਮਿੰਟ ਵਿੱਚ ਜਪਜੀ ਸਾਹਿਬ ਕਰ ਲੈਂਦੇ ਸਨ, ਪਰ ਕਦੇ ਕਦੇ ਜੇ ਮੌਜ ਵਿੱਚ ਆਉਂਦੇ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਦਿਆਂ ਇੱਕ ਪੰਕਤੀ ਨੂੰ ਕਈ ਵਾਰੀ ਪੜ੍ਹੀ ਜਾਣਾ। ਪੁਰਾਣੇ ਸਿੰਘ ਦੱਸਦੇ ਆ ਕਿ ਜਥੇ ਵਿੱਚ ਜਦੋਂ ਸੁਖਮਨੀ ਸਾਹਿਬ ਪੜ੍ਹਦੇ ਨਾ, ਇੱਕ ਸੁਖਮਨੀ ਸਾਹਿਬ ਅੱਧੇ ਘੰਟੇ 'ਚ 25 ਮਿੰਟ 'ਚ ਵੀ ਪੜ੍ਹ ਲੈਣਾ। ਇੱਕ ਸੁਖਮਨੀ ਸਾਹਿਬ ਕਈ ਵਾਰੀ 3-3 ਘੰਟੇ ਵੀ ਇੱਕ ਪੰਕਤੀ ਨੂੰ 2-2 ਵਾਰੀ 4-4 ਵਾਰੀ, ਇੰਨਾ ਜਦੋਂ ਰਸ ਆਉਂਦੇ ਉਹਨਾਂ ਦਾ ਆਨੰਦ ਦੇ ਵਿੱਚ ਮਨ ਭਿੱਜ ਜਾਣਾ। ਇੱਕੋ ਪੰਕਤੀ ਤੇ ਕਈ ਵਾਰੀ ਰੁਕ ਜਾਣਾ, ਕਿੰਨਾ ਸਮਾਂ ਉਹੀ ਪੰਕਤੀ ਪੜ੍ਹੀ ਜਾਣੀ। ਗੁਰਬਾਣੀ ਦੇ ਸ਼ਬਦ ਵੀ ਇਵੇਂ ਪੜ੍ਹੀ ਜਾਣੇ। ਸੋ ਭਾਈ ਵਾਹਿਗੁਰੂ ਦੇ ਰੰਗ ਆਤਮਾ ਦੇ ਪ੍ਰੇਮ ਨਾਲ ਗਾਈਏ, ਵਾਹਿਗੁਰੂ ਦੇ ਗੁਣਾਂ ਨੂੰ। ਠਾਕੁਰ ਗਾਈਏ ਆਤਮ ਰੰਗ, ਵਾਹਿਗੁਰੂ ਦੇ ਜਿਹੜੇ ਗੁਣ ਗਾਣੇ ਹੈ, ਪਰਮੇਸ਼ਰ ਦਾ ਭਜਨ ਕਰਨਾ, ਉਹਦੀ ਸਿਫਤ ਸਲਾਹ ਕਰਨੀ ਹੈ, ਉਹ ਮਨ ਦੇ ਪ੍ਰੇਮ ਨਾਲ ਭਾਈ ਕਰੀਏ। ਫਿਰ ਆਤਮ ਰੰਗ, ਆਤਮਾ ਦੇ ਵਿੱਚ ਵਾਹਿਗੁਰੂ ਦਾ ਰੰਗ ਪੈਦਾ ਹੋ ਜਾਂਦਾ, ਆਨੰਦ ਪੈਦਾ ਹੋ ਜਾਂਦਾ। ਉਹਦੇ ਗੁਣ ਗਾਉਣ ਦਾ ਇੰਨਾ ਵੱਡਾ ਫਲ ਹੈ। ਸਰਣੀ ਪਾਵਨ ਨਾਮ ਧਿਆਵਨ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਰਹੀਏ ਸਦਾ ਵਾਸਤੇ। ਉਹਦੀ ਸ਼ਰਨ ਕਿੱਡੀ ਵੱਡੀ ਮਹਾਨ ਹੈ। ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਵੱਡੇ ਪਾਪੀ ਵੀ ਪਾਵਨ ਹੋ ਗਏ, ਪਵਿੱਤਰ ਹੋ ਗਏ। ਭਾਈ ਜੋਗਿੰਦਰ ਸਿੰਘ ਜੀ ਰੋਡਿਆਂ ਵਾਲੇ ਕੁਸੰਗਤ ਕਰਕੇ ਐਸਾ ਅਸਰ ਸੀ, ਬੜੀ ਕੁਸੰਗਤ ਦਾ ਪ੍ਰਭਾਵ ਸੀ। ਜਿੱਦਣ ਜਥੇ ਵਿੱਚ ਲੈ ਕੇ ਆਏ ਕੁਝ ਸਿੰਘਾਂ ਨੂੰ, ਉਦਣ ਵੀ ਉਹ ਬਾਹਰ ਖੇਤਾਂ ਵਿੱਚ ਸ਼ਰਾਬ ਕੱਢ ਰਹੇ ਸੀ। ਕੋਲੇ ਗਏ, ਹੱਥਾਂ ਪੈਰਾਂ ਦੀ ਪੈ ਗਈ ਤੇ ਸਾਧ ਸੰਗਤ ਜੀ ਐਸੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਉਹਨਾਂ ਸਿੰਘਾਂ ਦੇ ਉੱਤੇ, ਹੰਸਾਂ ਵਰਗਾ ਜੀਵਨ ਬਣਾ ਦਿੱਤਾ ਉਹਨਾਂ ਦੀ ਦ੍ਰਿਸ਼ਟੀ ਨੇ, ਉਹਨਾਂ ਦੇ ਬਚਨਾਂ ਨੇ। ਇਸ ਕਰਕੇ ਭਾਈ ਸਤਿਗੁਰੂ ਦੀ ਸ਼ਰਨ ਪੈਣ ਦੇ ਨਾਲ ਪਾਪੀ ਵੀ ਪਵਿੱਤਰ ਹੋ ਜਾਂਦੇ ਆ। ਐਸੀ ਜਿਹੜੀ ਪਾਵਨ ਤੋਂ ਪਾਵਨ ਸ਼ਰਨ ਹੈ ਜਿਸ ਵਾਹਿਗੁਰੂ ਦੀ, ਉਸ ਪਰਮੇਸ਼ਰ ਦੇ ਨਾਮ ਨੂੰ ਧਿਆਈਏ, ਜਿਹੜਾ ਨਾਮ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਸਾਨੂੰ ਮਿਲਿਆ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਸੁਰਤ ਦੁਆਰਾ ਧਿਆਉਣਾ ਕਰੀਏ ਹਮੇਸ਼ਾ ਵਾਸਤੇ। ਸਹਿਜ ਸਮਾਵਨ ਸੰਗ, ਭਾਈ ਫਿਰ ਸਹਿਜ ਸਰੂਪ ਦੇ ਵਿੱਚ ਸਮਾਈ ਹੋ ਜਾਏਗੀ। ਉਹ ਸਹਿਜ ਸਰੂਪ ਦੀ ਸਮਾਈ ਕੀ ਹੈ? ਅੰਗ ਸੰਗ। ਸਦਾ ਅੰਗ ਸੰਗੇ ਭੰਗੰ ਬੇਭੂਤੇ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਭੰਗੰ ਬੇਭੂਤੇ। ਉਹ ਵਾਹਿਗੁਰੂ ਸਦਾ ਹੀ ਅੰਗ ਸੰਗ ਰਹੇਗਾ ਔਰ ਐਸਾ ਸੰਗ ਰਹੇਗਾ ਕਿ ਆਪਣੇ ਵਿੱਚ ਹੀ ਸਮਾ ਲੈਂਦਾ। ਸੁਤੇ ਸਿੱਧੀ ਆਪਣੇ ਵਿੱਚ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਇਉਂ ਆਪਣੇ ਵਿੱਚ ਲੈ ਕਰ ਲੈਂਦਾ ਹੈ, ਆਪਣਾ ਰੂਪ ਬਣਾ ਲੈਂਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਨ ਕੇ ਚਰਨ ਵਸਹਿ ਮੇਰਾ ਹੀਰਾ। ਜਿਹੜੇ ਇਹੋ ਜਿਹੇ ਜਨ ਹੈ ਜਿਨ੍ਹਾਂ ਦਾ ਮਨ ਜਿੱਤਿਆ ਗਿਆ, ਜਿਨ੍ਹਾਂ ਤੇ ਰੰਗ ਚੜ ਗਿਆ, ਅੱਠੇ ਪੈਰ ਤੇਰੇ ਗੁਣਾਂ ਨੂੰ ਮਹਾਰਾਜ ਗਾਉਂਦੇ ਆ, ਤੇਰੀ ਸ਼ਰਨ ਵਿੱਚ ਪਏ ਹੋਏ ਆ,
ਉਹਨਾਂ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਗੁਰਸਿੱਖਾਂ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ, ਇੰਨੀ ਨਿਮਰਤਾ ਦਿਖਾ ਰਹੇ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਸੰਗ ਪੁਨੀਤਾ ਦੇਹੀ, ਕਿਉਂਕਿ ਉਹਨਾਂ ਦੀ ਸੰਗਤ ਕਰਨ ਦੇ ਨਾਲ ਪਾਪੀਆਂ ਦੀ ਦੇਹ ਵੀ ਪਵਿੱਤਰ ਹੋ ਜਾਂਦੀ ਹੈ। ਜਾਂ ਇਉਂ ਕਹੋ, ਜਿਨ੍ਹਾਂ ਜਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਰੂਪ ਚਰਨ ਵਸ ਗਏ ਨਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਰੂਪ ਚਰਨ ਵਸ ਗਏ ਅੱਠੇ ਪੈਰ, ਉਹਨਾਂ ਦੀ ਭਾਈ ਸੰਗਤ ਕਰਨਾ ਪਾਪੀਆਂ ਦੀ ਦੇਹ ਵੀ ਪਵਿੱਤਰ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ। ਐਸੀ ਅਵਸਥਾ ਹੁੰਦੀ ਹੈ ਪ੍ਰਭੂ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਗੁਰਸਿੱਖਾਂ ਦੀ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਹੇ ਸੱਚੇ ਪਾਤਸ਼ਾਹ ਆਪਣੇ ਜਨ ਪਿਆਰੇ ਗੁਰਸਿੱਖਾਂ ਦੀ ਚਰਨ ਧੂੜੀ ਦੇਣਾ ਕਰੋ। ਚਰਨ ਧੂੜੀ ਕੀ ਹੈ? ਸੰਗਤ ਬਖਸ਼ਿਸ਼ ਕਰੋ। ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸੈ ਨਾਲੇ, ਸੰਗਤ ਦੀ ਧੂੜ ਵਿੱਚ ਸਦਾ ਮਿਲੇ ਰਹੀਏ। ਸੰਗਤ ਰੂਪ ਚਰਨਾਂ ਦੀ ਧੂੜ ਦੇਣਾ ਕਰੋ। ਪ੍ਰਤੱਖ ਧੂੜ ਵੀ ਸਾਧ ਸੰਗਤ ਜੀ ਕਿਤੇ ਮਸਤਕ ਨੂੰ ਲੱਗ ਜਾਏ ਨਾ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਮਸਤਕ ਨੂੰ ਮਹਾਂਪੁਰਖਾਂ ਦੀ ਗੁਰਸਿੱਖਾਂ ਦੀ ਸੰਤਾਂ ਭਗਤਾਂ ਦੀ ਧੂੜੀ ਲੱਗ ਗਈ, ਉਹਨਾਂ ਦੇ ਵੱਡੇ ਭਾਗ ਹੋ ਗਏ। ਇਸ ਕਰਕੇ ਐਸੇ ਪ੍ਰਭੂ ਦੇ ਪਿਆਰਿਆਂ ਦੀ ਧੂੜੀ ਬਖਸ਼ਣਾ ਕਰੋ। ਨਾਨਕ ਕੈ ਸੁਖ ਇਹੀ, ਇਹ ਕਿਰਪਾ ਦੇ ਖਜ਼ਾਨੇ, ਇਹ ਨੌ ਨਿਧੀਆਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ, ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਦੀ ਧੂੜ ਦਾ ਕਿਣਕਾ ਬਖਸ਼ ਦਿੰਨਾ, ਉਹਨੂੰ ਨੌ ਨਿਧੀਆਂ ਦੇ ਖਜ਼ਾਨੇ ਵੀ ਨਾਲ ਬਖਸ਼ ਦਿੰਨਾ। ਭੁੱਖੇ ਨੰਗੇ ਨਹੀਂ ਰਹਿ ਜਾਂਦੇ, ਉਹਨਾਂ ਨੂੰ ਐਨ ਉਹਨਾਂ ਦੇ ਭੰਡਾਰੇ ਭਰ ਦਿੰਨਾ। ਮਹਾਰਾਜ ਤੇਰਾ ਨਾਮ ਹੀ ਨੌ ਨਿਧੀਆਂ ਦਾ ਖਜ਼ਾਨਾ, ਉਹ ਨਾਮ ਦਾ ਖਜ਼ਾਨਾ ਵੀ ਤੁਸੀਂ ਬਖਸ਼ਿਸ਼ ਕਰ ਦਿੰਦੇ ਹੋ। ਕਿਰਪਾ ਕਰਕੇ ਆਪਣੇ ਜਨਾਂ ਦੇ ਉੱਤੇ ਐਸੀ ਰਹਿਮਤ ਕਰਦੇ ਹੋ। ਇਹੀ ਸਭ ਤੋਂ ਵੱਡਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਲੋਕ ਪ੍ਰਲੋਕ ਦਾ ਸੁੱਖ ਹੈ, ਜਿਹੜਾ ਸਤਿਗੁਰੂ ਦੇ ਦਰ ਤੋਂ ਨਾਮ ਦਾ ਖਜ਼ਾਨਾ ਪ੍ਰਾਪਤ ਕਰਨਾ। ਇਹ ਸੰਗਤ ਦੀ ਪਰਮ ਪਵਿੱਤਰ ਉਪਦੇਸ਼ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਮਾਂ ਅੱਗੇ ਨਹੀਂ ਜਾਣ ਦੀ ਆਗਿਆ ਦੰਦਾ ਸਿੰਘ ਸਾਹਿਬਾਨ ਪਹੁੰਚ ਚੁੱਕੇ ਆ। ਸਮਾਂ ਬੜਾ ਸੀਮਤ ਅੱਜ ਰੱਖਿਆ ਗਿਆ ਹੈ। ਮਹਾਂਪੁਰਖ ਵੀ ਪਹੁੰਚੇ ਆ, ਧਾਰਮਿਕ ਹਸਤੀਆਂ ਵੀ ਪਹੁੰਚੀਆਂ। ਸਨਮਾਨਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ, ਮਹਾਂਪੁਰਖਾਂ ਦੇ ਵੱਡੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਇਸੇ ਹੀ ਤਰ੍ਹਾਂ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਜੀ ਖਡਾਲੇ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ ਜੋ ਬੁਲਾਰੇ ਸੰਤ ਸਮਾਜ ਹਨ, ਸੰਤ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ, ਸੰਤ ਬਾਬਾ ਮੇਜਰ ਸਿੰਘ ਜੀ ਵਾਮ ਵਾਲੇ, ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਬਿਆਸੀ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਜੋ ਮਹਾਂਪੁਰਖਾਂ ਵੱਡਿਆਂ ਤੋਂ ਜਥੇ ਵਿੱਚ ਰਹੇ ਹਨ। ਇਸੇ ਤਰ੍ਹਾਂ ਸਰਦਾਰ ਮਨਜੀਤ ਸਿੰਘ ਜੀ ਡੀ ਕੇ ਉਚੇਚੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਜਿਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਨੇ ਮਹਾਂਪੁਰਖਾਂ ਦੀ ਬਹੁਤ ਵੱਡੀ ਸੇਵਾ ਕੀਤੀ। ਮਹਾਂਪੁਰਖਾਂ ਦਾ ਉਹਨਾਂ ਦੇ ਨਾਲ ਬੜਾ ਦਿਲੋਂ ਪਿਆਰ ਸੀ। ਜਦੋਂ ਮਹਾਂਪੁਰਖਾਂ ਨੇ ਗ੍ਰਿਫਤਾਰੀ ਦਿੱਤੀ ਤਾਂ ਉਸ ਵਕਤ ਵੀ ਜਥੇਦਾਰ ਜੀ ਇੱਥੇ ਮੌਜੂਦ ਸਨ। ਇੰਨਾ ਉਹਨਾਂ ਦਾ ਮਹਾਂਪੁਰਖਾਂ ਦੇ ਨਾਲ ਲਗਾਅ ਸੀ। ਜਿਹੜੀ ਜੀਪ ਵਿੱਚ ਸਾਧ ਸੰਗਤ ਜੀ ਉਸ ਸਮੇਂ ਪੁਲਿਸ ਫੜ ਕੇ ਸੰਤਾਂ ਨੂੰ ਗ੍ਰਿਫਤਾਰ ਕਰਕੇ ਬਿਠਾ ਕੇ ਲੈ ਕੇ ਗਈ, ਉਸ ਜੀਪ ਦੇ ਅੱਗੇ ਲੰਮੇ ਪੈ ਗਏ ਸਨ ਜਥੇਦਾਰ ਸੰਤੋਖ ਸਿੰਘ ਜੀ। ਲੱਖਾਂ ਦੇ ਇਕੱਠ ਵਿੱਚੋਂ ਇੱਕੋ ਸਿੱਖ ਸੀ ਜਿਹੜਾ ਉਸ ਜੀਪ ਦੇ ਅੱਗੇ ਪਿਆ ਕਿ ਮੈਂ ਜੀਪ ਨਹੀਂ ਤੁਰਨ ਦੇਣੀ, ਸੰਤਾਂ ਨੂੰ ਤੁਸੀਂ ਲਿਜਾ ਨਹੀਂ ਸਕਦੇ। ਇੰਨਾ ਮਨ ਉੱਤੇ ਅਸਰ ਹੋਇਆ ਉਹਨਾਂ ਦੇ। ਫਿਰ ਮਹਾਂਪੁਰਖਾਂ ਨੂੰ ਪ੍ਰਸ਼ਾਸਨ ਵਾਲਿਆਂ ਨੇ ਬੇਨਤੀ ਕੀਤੀ, ਜੀ ਅਸੀਂ ਇਹ ਸਿੰਘ ਨੂੰ ਕੁਝ ਨਹੀਂ ਕਹਿ ਸਕਦੇ, ਇਹ ਬੜਾ ਸਤਿਕਾਰਯੋਗ ਪੰਥ ਦਾ ਆਗੂ ਹੈ, ਤੁਸੀਂ ਸਮਝਾਓ ਤਾਂ ਹੀ ਕਿਰਪਾ ਹੋ ਸਕਦੀ ਹੈ। ਸੰਤ ਉਤਰੇ, ਬਾਂਹ ਤੋਂ ਫੜ ਕੇ ਜੱਫੀ ਵਿੱਚ ਲੈ ਕੇ ਕਹਿਣ ਲੱਗੇ, ਜਥੇਦਾਰਾ ਫਿਕਰ ਨਾ ਕਰ, ਮੈਨੂੰ ਮਹੀਨੇ ਤੋਂ ਵੱਧ ਨਹੀਂ ਦੁਨੀਆ ਦੀ ਕੈਦ ਕੋਈ ਨਜ਼ਰਬੰਦ ਰੱਖ ਸਕੇਗੀ, ਮੈਂ ਥੋੜੇ ਦਿਨਾਂ ਬਾਅਦ ਹੀ ਤੇਰੇ ਕੋਲੇ ਆ ਜਾਣਾ। ਇੰਨਾ ਪਿਆਰ ਸੀ ਜਥੇਦਾਰ ਸੰਤੋਖ ਸਿੰਘ ਦਿੱਲੀ ਨਾਲ। ਉਹਨਾਂ ਦੇ ਭੋਗ ਤੇ ਵੀ ਸੰਤ ਆਪ ਗਏ ਦਿੱਲੀ ਇਹਨਾਂ ਦੇ ਘਰ ਵਿੱਚ। ਔਰ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਵੀ ਬਹੁਤ ਸੇਵਾ ਮਹਾਂਪੁਰਖਾਂ ਦੀ ਕੀਤੀ ਔਖੇ ਸਮੇਂ ਵਿੱਚ।
ਜੋ ਮਹਾਂਪੁਰਖਾਂ ਦੇ ਸਨੇਹੇ ਹੁੰਦੇ ਇਹੀ ਮਹਾਂਪੁਰਸ਼ਾਂ ਤੋਂ ਲੈ ਕੇ ਅੱਗੇ ਆਪਣੇ ਪਿਤਾ ਜੀ ਨੂੰ ਜਾ ਕੇ ਦੱਸਿਆ ਕਰਦੇ ਸਨ। ਉਦੋਂ ਅੱਜ ਕੱਲ੍ਹ ਬਹੁਤੇ ਟੈਲੀਫੋਨਾਂ ਦੇ ਸਾਧਨ ਨਹੀਂ ਸਨ, ਸਿੰਘ ਭੇਜ ਕੇ ਬੁਲਾਉਣਾ ਤੇ ਇਹਨਾਂ ਨੇ ਆ ਕੇ ਬੇਨਤੀ ਮਹਾਂਪੁਰਖਾਂ ਨੂੰ ਕਰਨੀ, ਹੁਕਮ ਸੁਣਨਾ, ਅੱਗੇ ਜਾ ਕੇ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸਣੀ। ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਚੇਚੇ ਤੌਰ ਤੇ ਉਹ ਵੀ ਪਹੁੰਚੇ ਹੈ। ਪੰਥ ਦੀਆਂ ਸੰਤ ਬਾਬਾ ਗੁਰਦੀਪ ਸਿੰਘ ਜੀ ਚੇਲਿਆਣਾ ਸਾਹਿਬ ਵਾਲੇ ਵੀ ਬੈਠੇ ਆ। ਬਹੁਤ ਹਸਤੀਆਂ ਬੈਠੀਆਂ। ਮੇਰਾ ਸਿਰ ਸਾਰਿਆਂ ਦੇ ਚਰਨਾਂ ਵਿੱਚ ਹਾਜ਼ਰ ਹੈ, ਝੁਕਦਾ ਹੈ। ਜਥੇ ਦੇ ਬਹੁਤ ਹੀ ਪੁਰਾਣੇ ਸਿੰਘ, ਬਹੁਤ ਹੀ ਸਨਮਾਨਯੋਗ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਆਏ ਹੋਏ ਹੈ। ਔਰ ਕਥਾ ਤੋਂ ਬਾਅਦ ਉਹਨਾਂ ਨੇ ਲੰਮਾ ਸਮਾਂ ਤਾਂ ਲੈਣਾ ਹੀ ਨਹੀਂ ਹੈ, ਬਹੁਤ ਸੰਖੇਪ ਸਮਾਂ ਹੁੰਦਾ ਉਹਨਾਂ ਦਾ। ਤੇ ਮੈਂ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਨੂੰ ਬੇਨਤੀ ਕਰਾਂਗਾ, ਉਹ ਸਟੇਜ ਸੰਚਾਲਨ ਕਰ ਰਹੇ ਹੈ। ਉਹ ਸਭ ਤੋਂ ਪਹਿਲਾਂ ਕਥਾ ਤੋਂ ਬਾਅਦ ਸੋਧੀ ਜੀ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਕਵਿਤਾ ਪੜ੍ਹਨੀ ਹੁੰਦੀ ਹੈ। ਸੋ ਜ਼ਰੂਰ ਮਹਾਂਪੁਰਖਾਂ ਦੇ ਸਨਮਾਨ ਵਿੱਚ ਹਾਜ਼ਰੀ ਭਰਨਗੇ। ਬਾਕੀ ਜੋ ਪ੍ਰੋਗਰਾਮ ਹੈ ਬਹੁਤ ਸੰਖੇਪ ਹੀ ਰੱਖਿਆ, ਲਗਭਗ 1 ਵਜੇ ਸਮਾਪਤੀ ਆਪਾਂ ਕਰ ਦੇਣੀ ਹੈ। ਦੀਵਾਨ ਤਾਂ ਚੱਲਦਾ ਹੀ ਰਹੇਗਾ ਜਿੰਨਾ ਕੁ ਸਮਾਂ ਸੰਗਤ ਬੈਠੇਗੀ, ਪਰ ਮੁੱਖ ਰੂਪ ਦੇ ਵਿੱਚ ਦੀਵਾਨ ਦੀ ਸਮਾਪਤੀ 1 ਵਜੇ ਆਪਾਂ ਕਰ ਦੇਣੀ ਹੈ। ਸੋ ਇਸ ਲਈ ਮੈਂ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਬੈਠੇ ਆ, ਹੋਰ ਵੀ ਮੈਂਬਰ ਸਾਹਿਬਾਨ ਬੈਠੇ ਆ, ਜਿਨ੍ਹਾਂ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸੇਵਾ ਕੀਤੀ ਹੈ। ਮੈਂ ਸਭ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਗੁਰਿੰਦਰ ਸਿੰਘ ਜੀ ਨਿਊਜ਼ੀਲੈਂਡ, ਭਾਈ ਪ੍ਰਵਿੰਦਰ ਸਿੰਘ ਜੀ, ਉਹਨਾਂ ਨੇ ਵੀ ਬੇਅੰਤ ਸੇਵਾ ਕੀਤੀ। ਕੱਲ ਨਾਮ ਰਹਿਣ ਤੋਂ ਰਹਿ ਗਏ ਸਨ ਸਾਡੇ ਬਹੁਤ ਹੀ ਸਨਮਾਨਯੋਗ ਜਥੇਦਾਰ ਬਾਬਾ ਧਰਮ ਸਿੰਘ ਜੀ, ਜੋ ਅਮਰੀਕਾ ਵਿੱਚ ਜਥੇਬੰਦੀ ਵੱਲੋਂ ਬੇਅੰਤ ਗੁਰਧਾਮਾਂ ਦੀ ਸੇਵਾ ਕਰ ਰਹੇ ਆ, ਗੁਰ ਅਸਥਾਨਾਂ ਦੀ ਜਥੇਬੰਦੀ ਦੀਆਂ ਬ੍ਰਾਂਚਾਂ ਦੀ। ਉਹਨਾਂ ਵੱਲੋਂ ਵੀ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਉਹਨਾਂ ਦਾ ਵੀ ਬਲਕਿ ਸਾਰੀ ਸੰਗਤ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ। ਬਾਬਾ ਦਿਲਬਾਗ ਸਿੰਘ ਜੀ ਆਰਫਕਿਆਂ ਵਾਲੇ ਬੈਠੇ ਹੈ, ਜਥੇਦਾਰ ਬਾਬਾ ਜੱਟ ਸਿੰਘ ਜੀ ਬੈਠੇ ਹੈ। ਮੈਂ ਸਾਰਿਆਂ ਦਾ ਹੀ ਭਾਈ ਬਹੁਤ ਬਹੁਤ ਧੰਨਵਾਦ ਕਰਦਾ। ਸੰਤ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ ਗੁਰਦੁਆਰਾ ਰਾਮ ਥੰਮਣ ਸਾਹਿਬ ਵਾਲੇ ਬਿਰਧ ਅਵਸਥਾ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਹਾਜ਼ਰੀ ਭਰ ਕੇ ਗਏ ਹੈ। ਸੋ ਬਾਬਾ ਜੀ ਦਾ ਵੀ, ਸਾਰੀ ਸੰਗਤ ਦਾ ਹੀ, ਸਿੰਘ ਸਾਹਿਬਾਨਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। 1 ਜੂਨ ਤੋਂ ਲੈ ਕੇ ਅੱਜ 6 ਜੂਨ ਤੱਕ ਜਿੰਨੀਆਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰੀ, ਤਨ ਮਨ ਧਨ ਕਰਕੇ ਸੇਵਾ ਕੀਤੀ, ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸੰਗਤ ਜੀ ਸਾਵਧਾਨੀ ਜ਼ਰੂਰ ਰੱਖੋ, ਚਿਹਰੇ ਬੰਨ੍ਹ ਕੇ ਰੱਖੋ, ਤੇ ਨੇੜੇ ਨੇੜੇ ਜੇ ਬੈਠਣਾ ਤਾਂ ਥੋੜਾ ਥੋੜਾ ਆਪਣੇ ਚਿਹਰਿਆਂ ਨੂੰ ਬੰਨ੍ਹ ਕੇ ਰੱਖੋ, ਸਾਰੇ ਹੀ ਢਿਲਾਈ ਨਾ ਰੱਖੋ। ਇਹ ਬੇਨਤੀ ਸਾਰਿਆਂ ਨੇ ਸਵੀਕਾਰ ਕਰਨੀ। ਸਰੀਰ ਦਾ ਖਿਆਲ ਰੱਖਣ ਵਾਸਤੇ ਡਾਕਟਰ ਸਾਹਿਬਾਨਾਂ ਦੀਆਂ ਹਦਾਇਤਾਂ ਦਾ ਜ਼ਰੂਰ ਸਾਰੇ ਮੇਰਾ ਵੀਰ ਪਾਲਣਾ ਕਰੋ। ਇਹ ਮੇਰੀ ਬੇਨਤੀ ਸਾਰਿਆਂ ਨੇ ਸਵੀਕਾਰ ਕਰਨੀ। ਨਗਰ ਦੀ ਸੰਗਤ ਦਾ, ਇਲਾਕੇ ਦੀ ਸੰਗਤ ਦਾ, ਦੇਸ਼ ਵਿਦੇਸ਼ ਦੀ ਸਮੁੱਚੀ ਸੰਗਤ ਦਾ, ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਵੀ ਬਹੁਤ ਸ਼ਰਧਾ ਵਾਲੇ ਗੁਰਸਿੱਖ ਪਰਿਵਾਰ ਸੰਗਤਾਂ ਆਈਆਂ ਦੂਰੋਂ ਦੂਰੋਂ, ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਜਥੇ ਦੇ ਸਿੰਘਾਂ ਨੇ ਬਹੁਤ ਸੇਵਾ ਕੀਤੀ, ਰਾਤ ਦਿਨ ਸੇਵਾ ਕੀਤੀ, ਲਾਈਵ ਦੀ, ਲੰਗਰ ਬਣਾਉਣ, ਵਰਤਾਉਣ, ਬਰਤਨ ਮਾਂਜਣ ਦੀ, ਰਾਤ ਦਿਨ ਦੇਗ ਦੀ ਸੇਵਾ, ਬਹੁਤ ਸਿੰਘਾਂ ਦੀ ਸੇਵਾ। ਮੈਂ ਸਾਰੇ ਸਿੰਘਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਜਨ ਕੇ ਚਰਨ ਵਸਹਿ ਮੇਰਾ ਹੀਅਰ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।